पनीरी पुट्टर गया है। क्यों? डैडी ते करके ऑपरेशन कराना। सवेर तो रह के शाम तक। पैसे किन्ने क दे देंगे फिर? 15 रुपए। ਹੁਣ ਤੱਕ ਕਿੰਨੇ ਕ ਪੈਸੇ ਫਿਰ ਇਕੱਠੇ ਕਰ ਲਏ? 5 रुपए। 5 ਰੁਪਏ। ਤੇ ਡੈਡੀ ਦੇ ਆਪਰੇਸ਼ਨ ਦੇ ਉੱਤੇ 5 ਰੁਪਈਆਂ ਨਾਲ ਸਰ ਜਾਏਗਾ? 5 ਰੁਪਈਆਂ ਨਾਲ ਆਪਰੇਸ਼ਨ ਹੋ ਜਾਏਗਾ ਡੈਡੀ ਦਾ? नहीं। ਪਹਿਲਾਂ ਮੇਰਾ ਡੈਡੀ ਬਹੁਤ ਤੜਫਦਾ ਸੀ। ਮੰਮੀ ਨੇ ਇਦਾਂ ਲੋਕਾਂ ਦੇ ਕੰਮ ਕਰ ਕਰਕੇ ਪਹਿਲਾਂ ਕਿਤੇ ਪਿਸ਼ਾਬ ਰੁਕ ਜਾਂਦਾ, ਕਿਤੇ ਕੁਛ ਹੋ ਜਾਂਦਾ ਸੀ, ਤੇ ਮੁੜ ਕੇ ਮੰਮੀ ਨੇ ਇਲਾਜ ਕਰਾਤਾ ਇਦਾਂ ਹੀ ਚੁੱਕ ਚੱਕ ਕੇ ਲੋਕਾਂ ਦਾ ਕੰਮ ਕਰਕੇ। ਜੇ ਮਿਲ ਜੇ ਖਾ ਪੀ ਲਈਦਾ, ਨਹੀਂ ਤੇ ਫਿਰ ਇਦਾਂ ਹੀ ਲੰਮੇ ਪਏ ਸੌਂ ਜਾਈਦਾ ਰਾਤ ਨੂੰ। ਇਦਾਂ ਹੀ ਚੱਲਣ ਡਿਆ ਕੰਮ ਕਿ 2 ਦਿਨ ਖਾਣੀ ਨਹੀਂ, ਨਾ ਕਿ ਤੀਜੇ ਦਿਨ ਮਿਲਣੀ ਜਾਂ ਦੂਜੇ ਦਿਨ ਮਿਲਣੀ। पढ़ाई करानी, काम नहीं कोई भी करा सकते। हुण बेचारे इदां ही कई बार चप्पलों तो भी तर ले लेंदे, पजामियां तो भी। कभी मम्मी आ चाहिए, फिर मैं गालां कड्डूंगी। जो मैनूं गुस्सा चढ़दा मैं कित्थों लिया के देवां? पैसे तो देते पक्खो के साहब ने, इलाज करता गुग्गू ने जी। त्रिन साहब ने की किया? 8 घंटे की दिहाड़ी, 10 साल की उम्र, 15 रुपये आमदन, सौन नहीं देता। ਇਹ ਹੁੰਦਾ ਹੈ ਮੋਮ ਦਿਲ, ਇਹਨੂੰ ਕਹਿੰਦੇ ਨੇ ਮਹਾਂਪੁਰਖਾਂ ਵਾਲੀ ਭਾਵਨਾ। ਸੋ ਦਰਦ ਕਿਸੇ ਦਾ ਹੈ ਤੇ ਮਹਿਸੂਸ ਕਿਤੇ ਹੋ ਰਿਹਾ ਹੈ। ਗੁਰਬਤ ਤੇ ਗਰੀਬੀ ਕੀ ਹੁੰਦੀ ਆ, ਮੈਂ ਸਾਖਸ਼ਾਤ ਵੇਖੀ ਇੱਥੇ ਆ ਕੇ। ਇੱਕ ਬੱਚੇ ਦੇ ਪੈਰ 'ਚ ਚੱਪਲਾਂ ਹੈਗੀਆਂ, ਉਹ ਵੀ ਟੁੱਟੀਆਂ ਹੋਈਆਂ, ਅੱਧ ਤੋਂ ਅੱਡੀ ਤੋਂ ਪਾਟੀਆਂ ਹੋਈਆਂ, ਔਰ ਦੋਵਾਂ ਦੇ ਪੈਰਾਂ 'ਚ ਉਹ ਵੀ ਨਹੀਂ ਹੈਗੀਆਂ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਏ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੀ ਅੱਗ। ਸੋ ਇਸ ਸੰਸਾਰ ਦੇ ਉੱਤੇ ਹਰ ਕੋਈ ਦੁੱਖਾਂ ਤਕਲੀਫਾਂ ਦੇ ਨਾਲ ਪਰੇਸ਼ਾਨ ਹੈ। ਕਿਸੇ ਨੂੰ ਸੁੱਖਾਂ ਦੀ ਤਲਾਸ਼ ਹੈ, ਕਿਸੇ ਨੂੰ ਧੀਆਂ ਪੁੱਤਾਂ ਦੀ ਤਲਾਸ਼ ਹੈ, ਕਿਸੇ ਨੂੰ ਧਨ ਦੌਲਤਾਂ ਦੀ ਤਲਾਸ਼ ਹੈ, ਤੇ ਕਿਸੇ ਨੂੰ ਦੁੱਧ ਦੀ ਤਲਾਸ਼। ਸੋ ਕੋਈ ਨਾ ਕੋਈ ਪਰੇਸ਼ਾਨ ਹੈ। ਜਿੰਨੇ ਵੀ ਅਸੀਂ ਵੱਡੇ ਵੱਡੇ ਕੋਠੀਆਂ ਕਾਰਾਂ ਵਾਲੇ ਦੇਖਨੇ ਆ ਤਾਂ ਉਹਨਾਂ ਨੇ ਹਿਰਦੇ ਨੂੰ ਹਲਕਾ ਜਿਹਾ ਫਰੋਲ ਕੇ ਦੇਖੋ ਤਾਂ ਤੁਹਾਨੂੰ ਉਹਨਾਂ 'ਚ ਵੀ ਵੱਡੀਆਂ ਪਰੇਸ਼ਾਨੀਆਂ ਜਿਹੜੀਆਂ ਨੇ, ਵੱਡੇ ਕਸ਼ਟ ਤੇ ਵੱਡੀਆਂ ਤਕਲੀਫਾਂ, ਔਰ ਖਾਸ ਕਰਕੇ ਉਹਨਾਂ ਦੇ ਕੋਲ, ਖਾਸ ਕਰਕੇ ਬਹੁਤੇ ਪਰਿਵਾਰਾਂ ਦੇ ਕੋਲ ਇੱਕ ਦਾਤ ਨਹੀਂ ਹੈ। ਉਹ ਦਾਤ ਹੈ ਪੁੱਤਰਾਂ ਦੀ ਦਾਤ, ਔਲਾਦ ਦੀ ਦਾਤ ਇਹ ਨਹੀਂ ਹੈ। ਪਰ ਅਸੀਂ ਐਸੇ ਹੀ ਇੱਕ ਦੁੱਖਾਂ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਨੌਜਵਾਨ 2 ਬੱਚੇ ਨੇ 3, ਜਿਨ੍ਹਾਂ ਦਾ ਪਿਤਾ ਬਿਮਾਰ ਹੁੰਦਾ ਹੈ, ਔਰ ਉਹਦਾ ਪਿਤਾ ਜਿਹੜਾ ਬਿਮਾਰ ਹੋਣ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਤੇ ਨਹੀਂ ਕਰ ਸਕਦਾ, ਪਰ ਉਹ ਬੱਚੇ 15 ਰੁਪਏ ਦਿਹਾੜੀ ਲਗਾ ਕੇ ਆਪਣੇ ਪਿਤਾ ਦੇ ਇਲਾਜ ਦੇ ਲਈ ਕੜਕਦੀ ਧੁੱਪ ਦੇ ਵਿੱਚ 45 ਡਿਗਰੀ ਟੈਂਪਰੇਚਰ ਦੇ ਵਿੱਚ ਖੇਤਾਂ ਦੇ ਵਿੱਚ ਪਨੀਰੀ ਪੁੱਟਦੇ ਨੇ ਤੇ ਝੋਨਾ ਲਗਾਉਂਦੇ ਨੇ। ਸੋ ਆਓ ਅਸੀਂ ਪਹਿਲਾਂ ਦਿਖਾਈਏ ਤੁਹਾਨੂੰ ਹਲਕਾ ਜਿਹਾ ਇੱਥੋਂ ਦਾ ਦ੍ਰਿਸ਼, ਇੱਕ ਬਹੁਤ ਹੀ ਜ਼ਿਆਦਾ ਦਿਲ ਕੰਬਾਊ ਦ੍ਰਿਸ਼, ਔਰ ਇਸ ਵੇਲੇ ਕਿਸੇ ਦਾ ਵੀ ਮਨ ਜਿਹੜਾ ਵੈਰਾਗ ਦੇ ਨਾਲ ਜ਼ਰੂਰ ਭਰ ਜਾਏਗਾ। ਸੋ ਅਸੀਂ ਦੇਖ ਪਾ ਰਹੇ ਹਾਂ ਕਿ ਇੱਕ ਬਾਥਰੂਮ ਹੈ, ਇਹਨਾਂ ਦਾ ਵਾਸ਼ਰੂਮ ਜਿਹੜਾ ਸੁੱਕਾ ਹੋਇਆ ਨਲਕਾ ਹੈ, ਯਾਨੀ ਕਿ ਨਾ ਤਾਂ ਇਹਦੇ ਵਿੱਚ ਪਾਣੀ ਹੈ, ਔਰ ਇਹ ਪਾਣੀ ਕਦੋਂ ਤੋਂ ਨਹੀਂ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ। ਸੋ ਅਸੀਂ ਇਹ ਤੁਹਾਨੂੰ ਦਿਖਾ ਦਈਏ ਕਿ ਇਹ ਪਾਣੀ ਇਹਦੇ 'ਚ ਨਹੀਂ ਆਉਂਦਾ। ਸੋ ਸੁੱਕ ਚੁੱਕਾ ਹੈ ਇਹ ਨਲਕੇ ਦਾ ਪਾਣੀ। ਜਦ ਦੀ ਤਕਦੀਰ ਜਿਹੜੀ ਹੈ ਇਹਨਾਂ ਦੀ ਰੇਖ ਦੇ ਵਿੱਚ ਮੇਖ ਵੱਜੀ ਹੈ, ਉਦੋਂ ਤੋਂ ਉਸ ਨਲਕੇ ਦਾ ਪਾਣੀ ਵੀ ਸੁੱਕ ਗਿਆ। ਸੋ ਗੱਲ ਕਰੀਏ ਇਹਨਾਂ ਦੇ ਚੁੱਲ੍ਹੇ ਦੀ, ਤੇ ਬੁੱਝ ਚੁੱਕਾ ਚੁੱਲ੍ਹਾ ਵੀ, ਠੰਡਾ ਹੋ ਚੁੱਕਾ ਚੁੱਲ੍ਹਾ ਵੀ। ਸੋ ਚੁੱਲ੍ਹਾ ਵੀ ਤੁਸੀਂ ਦੇਖੋ ਇਸ ਵੇਲੇ ਚੁੱਲ੍ਹੇ 'ਚ ਅੱਗ ਨਹੀਂ ਹੈ। ਸੋ ਤੁਸੀਂ ਅੰਦਾਜ਼ਾ ਲਗਾਓ ਕਿ ਉਹਨਾਂ ਦੇ ਪੇਟ ਦੀ ਅਗਨ ਜਿਹੜੀ ਹੈ ਕਿੰਨੀ ਤੇਜ਼ ਹੋਏਗੀ, ਭੁੱਖ ਕਿੰਨੀ ਲੱਗੀ ਹੋਏਗੀ, ਪਰ ਚੁੱਲ੍ਹਾ ਠੰਡਾ ਹੈ। ਪਰ ਇਹਦੇ ਦੌਰਾਨ ਜਿਵੇਂ ਹੀ ਇਸ ਪਰਿਵਾਰ ਦੀ ਖਬਰ
ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਨੂੰ, ਧਾਰਮਿਕ ਸੰਸਥਾਵਾਂ ਨੂੰ, ਦਾਨੀ ਸੱਜਣਾ ਨੂੰ, ਦਾਨੀ ਪ੍ਰੇਮੀਆਂ ਨੂੰ ਮਿਲਦੀ ਹੈ ਤਾਂ ਉਹ ਵੀ ਇਸ ਪਰਿਵਾਰ ਦੀ ਮਦਦ ਦੇ ਲਈ ਪਹੁੰਚ ਜਾਂਦੇ ਨੇ। ਪਰ ਬੜੀ ਹੈਰਾਨੀ ਹੋਈ, ਇਹ ਪਰਿਵਾਰ ਕੱਲੂਸੋਲ ਪਿੰਡ ਦਾ ਹੈ, ਇਸ ਨਗਰ ਦਾ ਹੈ, ਜੋ ਕਾਹਨੂੰਵਾਨ ਰੋਡ ਦੇ ਉੱਤੇ ਇਹ ਨਗਰ ਹੈ। ਸੋ ਇਸ ਨਗਰ ਦੇ ਵਿੱਚ ਇਹ ਪਰਿਵਾਰ ਦੀ ਮਦਦ ਕਿਸੇ ਨੇ ਨਹੀਂ ਕੀਤੀ। ਸੋ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਦਾ ਕਮਰਾ। ਇਸ ਕਮਰੇ ਦੇ ਆਓ ਤੁਹਾਨੂੰ ਬੀਮ ਪਹਿਲਾਂ ਜ਼ਰੂਰ ਦਿਖਾਈਏ ਕਿ ਆਓ ਬੀਮ ਦੇਖੋ ਤੁਸੀਂ, ਲੱਕੜ ਦੇ ਬੀਮ ਨੇ। ਤੋ ਲੱਕੜਾਂ ਦੇ ਨਾਲ ਖੜਾ ਕੀਤਾ ਹੋਇਆ ਇੱਕ ਢਾਂਚਾ, ਇਹ ਬਾਂਸ, ਪਤਾ ਨਹੀਂ ਕਦੋਂ ਤੇਜ਼ ਹਨੇਰੀ ਆਵੇ ਔਰ ਇਹ ਬਾਂਸ ਵੀ ਨਾ ਇੱਥੇ ਦਿਖਾਈ ਦੇਣ। ਸੋ ਇਹ ਹੈ ਇਸ ਪਰਿਵਾਰ ਦਾ ਕਮਰਾ। ਤਰਪਾਲ ਹੈ, ਤਰਪਾਲ ਦੇ ਨਾਲ ਇਹ ਢੱਕਿਆ ਹੋਇਆ ਹੈ। ਸੋ ਕਿਸ ਤਰੀਕੇ ਦੇ ਨਾਲ ਇਹ ਗੁਜ਼ਾਰਾ ਕਰ ਰਹੇ ਨੇ, ਬਸਰ ਕਰ ਰਹੇ ਨੇ ਆਪਣੀ ਜ਼ਿੰਦਗੀ। ਤੇ ਆਖਿਰ ਇਹ ਵਜ੍ਹਾ ਕੀ ਹੋਈ, ਆਖਿਰ ਕੀ ਕਾਰਨ ਹੋਇਆ ਕਿ ਨਾ ਹੀ ਇਹਨਾਂ ਦੇ ਸਿਰ ਤੇ ਛੱਤ ਹੈ, ਨਾ ਹੀ ਪੇਟ ਦੇ ਵਿੱਚ ਜਾਣ ਲਈ ਨਿਵਾਲਾ ਹੈ, ਖਾਲੀ ਭਾਂਡੇ ਨੇ। ਆਓ ਇੱਕ ਵਾਰੀ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾ ਦਈਏ। ਸੋ ਆ ਇੱਕ ਗੈਸ ਹੀ ਦੱਸਦੀ ਪਈ ਆ ਤੇ ਪਈ ਮਿੱਟੀ ਦੱਸਦੀ ਪਈ ਆ ਤੇ ਜੰਮਿਆ ਹੋਇਆ ਕਚਰਾ ਦੱਸਦਾ ਪਿਆ ਕਿ ਇਹਨੂੰ ਵਰਤੇ ਹੋਏ ਨੂੰ ਕਿੰਨੀ ਦੇਰ ਹੋ ਗਈ ਹੋਏਗੀ। ਸੋ ਇਹ ਗੈਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਕੈਸੀ ਹਾਲਤ ਹੈ ਇਸ ਪਰਿਵਾਰ ਦੀ, ਇਸ ਘਰ ਦੀ। ਤਾਂ ਨਾਲ ਦੀ ਨਾਲ ਅਸੀਂ ਹੁਣ ਥੋੜਾ ਜਿਹਾ ਤੁਹਾਨੂੰ ਦਿਖਾ ਦਈਏ ਕਿ ਇਸ ਪਾਸੇ ਇਹਨਾਂ ਦਾ ਰਾਸ਼ਨ ਦਾ ਕੋਈ ਸਮਾਨ ਪਿਆ ਹੋਇਆ, ਪਰ ਕਿਤੇ ਵੀ ਮੈਨੂੰ ਕੋਈ ਡੱਬਾ ਦਿਖਾਈ ਨਹੀਂ ਦੇ ਰਿਹਾ ਜਿਸ ਡੱਬੇ ਦੇ ਵਿੱਚ ਕਿਤੇ ਅਨਾਜ ਦਿਖਾਈ ਹੋਵੇ ਜਾਂ ਕੋਈ ਸਾਮਾਨ ਦਿਖਾਈ ਦੇ ਰਿਹਾ ਹੋਵੇ। ਔਰ ਗਿਣਤੀ ਮਿਣਤੀ ਦੀਆਂ 2 ਟੁੱਟੀਆਂ ਹੋਈਆਂ ਥਾਲੀਆਂ ਦਿਖਾਈ ਦੇ ਰਹੀਆਂ ਨੇ, ਕੁਝ ਕੌਲੀਆਂ ਦਿਖਾਈ ਦੇ ਰਹੀਆਂ ਨੇ ਔਰ ਇੱਕ ਕੰਧ ਦਿਖਾਈ ਦੇ ਰਹੀ ਹੈ ਔਰ ਉੱਪਰ ਤਰਪਾਲ ਦਿਖਾਈ ਦੇ ਰਹੀ ਹੈ। ਔਰ ਆ ਇਹਨਾਂ ਦਾ ਬੈਡਰੂਮ ਵੀ ਹੈ, ਇਹੀ ਇਹਨਾਂ ਦਾ ਡਰਾਇੰਗ ਰੂਮ ਹੈ ਔਰ ਇਹੀ ਇਹਨਾਂ ਦੀ ਕਿਚਨ ਹੈ। ਵਾਇਰਿੰਗ ਯਾਨੀ ਕਿ ਅੱਜ ਕੱਲ੍ਹ ਲੋਕੀ ਅੰਡਰਗਰਾਉਂਡ ਵਾਇਰਿੰਗ ਕਰਦੇ ਨੇ, ਤਰ੍ਹਾਂ ਤਰ੍ਹਾਂ ਦੀ ਵਾਇਰਿੰਗ ਕਰਦੇ ਨੇ। ਤੇ ਆਹ ਦੇਖੋ ਇਸ ਘਰ ਦੀ ਵਾਇਰਿੰਗ ਕਿਸ ਤਰ੍ਹਾਂ ਦੀ ਹੋਈ ਪਈ ਹੈ। ਓਪਨ ਤਾਰਾਂ ਨੇ, ਕਿਸ ਤਰੀਕੇ ਨਾਲ ਗੁਜ਼ਾਰਾ ਕਰਦੇ ਨੇ, ਕਿਹਦਾ ਤਰਲਾ ਮਿੰਤ ਕਰਕੇ ਬੱਤੀ ਜਿਹੜੀ ਹੈ ਲੈ ਰਹੇ ਨੇ, ਕਿਉਂਕਿ ਕੜਾਕੇ ਦੀ ਗਰਮੀ, ਇਸ ਗਰਮੀ ਦੇ ਵਿੱਚ ਜਿਉਣ ਲਈ ਥੋੜ੍ਹੀ ਹਵਾ ਤੇ ਜ਼ਰੂਰੀ ਹੈ। ਸੋ ਇਸ ਪਰਿਵਾਰ ਦੇ ਨਾਲ, ਉਹਨਾਂ ਬਹਾਦਰ ਬੱਚਿਆਂ ਦੇ ਨਾਲ ਹੁਣ ਮੈਂ ਗੱਲ ਕਰਾਂਗਾ ਜਿਹੜੇ ਗੁਰਸਿੱਖੀ ਸਰੂਪ ਦੇ ਵਿੱਚ ਨੇ, ਜਿਹੜੇ ਗੁਰਸਿੱਖ ਬੱਚੇ ਨੇ। ਇਸ ਪਰਿਵਾਰ ਦੇ ਇਹ 3 ਬੱਚੇ ਨੇ ਔਰ ਇਹ ਗੁਰਸੇਵਕ ਹੈ ਜਿਹੜਾ ਬਿਮਾਰ ਹੈ, ਜਿਹਦੇ ਬਿਮਾਰ ਹੋਣ ਤੋਂ ਬਾਅਦ ਇਸ ਘਰ ਦੇ ਜਿਹੜੇ, ਮੈਂ ਪਹਿਲਾਂ ਕਿਹਾ ਸੀ ਕਿ ਇਸ ਘਰ ਦੀ ਰੇਖ ਦੇ ਵਿੱਚ ਮੇਖ ਵੱਜ ਗਈ ਔਰ ਚੰਗਾ ਭਲਾ ਘਰ ਜਿਹੜਾ ਸੀਗਾ ਉਹਦੇ ਇਲਾਜ ਦੇ ਵਿੱਚ ਹੀ ਰੁੜ ਗਿਆ। ਸੋ ਨਾ ਤਾਂ ਇਹਦੇ ਕੋਲ ਕਮਰਾ, ਨਾ ਛੱਤ ਹੈ ਤੇ ਨਾ ਘਰ ਦੇ ਵਿੱਚ ਅਨਾਜ ਹੈ। ਸੋ ਬਾਕੀ ਬੱਚੇ ਤੁਹਾਡੇ ਨਾਲ ਦੇ ਬੱਚੇ ਕਿੱਥੇ ਗਏ ਨੇ, ਜ਼ਰੂਰ ਉਹਨਾਂ ਨੂੰ ਜਰਾ ਬੁਲਾ ਦਿਓ ਜੀ। ਕੀ ਨਾਂ ਤੁਹਾਡਾ? ਗੁਰਸੇਵਕ ਜੀ, ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਕਿਉਂਕਿ ਮੈਨੂੰ ਪਤਾ ਲੱਗੇ ਗੁਰਸੇਵਕ ਨਾਲ ਹੀ ਗੱਲ ਕਰ ਰਿਹਾ ਮੈਂ। ਨਾਂ ਕੀ ਤੁਹਾਡਾ? ਗੁਰਸੇਵਕ ਸਿੰਘ। काम ਤੇ ਪਹਿਲੇ ਬਾਰੇ ਹੁੰਦੇ ਰਿਹਾ ਪਚਰੀ ਆ ਵੀ ਉਹਨੇ ਤੈਨੂੰ ਪਤਾ ਕੰਮ ਮੁੜ ਕੇ ਕੰਮ ਹੁੰਦਾ ਹੀ ਨਹੀਂ, ਮੇਰੇ ਕੋਲ 3 ਪਚਰੀਆਂ ਆਪਰੇਸ਼ਨ ਹੋਇਆ, ਕੋਈ ਪਤਾ ਨਹੀਂ ਲੱਗਦਾ ਨਾ ਰਿਹਾ। ਚਲੋ ਪੱਥਰੀਆਂ ਨੇ ਪੇਟ ਦੇ ਵਿੱਚ, ਆਪਰੇਸ਼ਨ ਹੋਏ ਨੇ ਪਰ ਪੱਥਰੀਆਂ ਦਾ ਇਲਾਜ ਫਿਰ ਨਹੀਂ ਹੋ ਪਾਇਆ। ਸੋ ਆ ਬੱਚਾ ਇਹਨਾਂ ਦਾ, ਅਸੀਂ ਇਸ ਬੱਚੇ ਦੇ ਨਾਲ ਵੀ ਗੱਲ ਕਰਦੇ ਹਾਂ। ਕੀ ਨਾਮ ਪੁੱਤਰ ਤੁਹਾਡਾ? ਅੰਮ੍ਰਿਤਪਾਲ। ਅੰਮ੍ਰਿਤਪਾਲ ਤੇ ਨਾਲ ਸਿੰਘ ਕਿਉਂ ਨਹੀਂ ਲਾ ਰਿਹਾ? ਅੰਮ੍ਰਿਤਪਾਲ ਸਿੰਘ ਹੈ ਨਾ, ਹਾਂ ਤੇ ਸਿੰਘ ਤੇ ਪਹਿਲਾਂ ਲਾਈਦਾ। ਅੰਮ੍ਰਿਤਪਾਲ ਸਿੰਘ, ਉਮਰ ਕਿੰਨੀ ਹੈ? 10 ਸਾਲ। ਤੋ ਅੰਮ੍ਰਿਤਪਾਲ ਕੀ ਕਰ ਰਿਹਾ ਹੈ ਤੂੰ ਅੱਜ ਕੱਲ੍ਹ? ਪੜ੍ਹ ਰਿਹਾ ਜਾਂ ਨਹੀਂ ਪੜ੍ਹ ਰਿਹਾ? ਹਾਂ ਪਹਿਲਾਂ ਪੜ੍ਹਦਾ ਸੀ, ਹੁਣ ਸਕੂਲ ਬੰਦ ਹੋ ਗਏ ਨੇ। ਅੱਛਾ, ਹੁਣ ਕੀ ਕਰਦਾ? ਹੁਣ ਪਨੀਰੀ ਪੁੱਟਰ ਗਿਆ ਹੈ ਕੱਲ। ਕਿਉਂ? ਡੈਡੀ ਤੇ ਕਰਕੇ ਆਪਰੇਸ਼ਨ ਕਰਾਉਣਾ। ਉਹ ਬੇਟੇ ਆਪਰੇਸ਼ਨ ਤੇਰੀ ਪਨੀਰੀ ਪੁੱਟਣ ਨਾਲ ਹੋ ਜਾਏਗਾ? ਕਿੰਨੇ ਕੁ ਪੈਸੇ ਕਮਾ ਲੈਣਾ ਪਨੀਰੀ ਪੁੱਟਣ ਵਾਸਤੇ? ਜਦੋਂ ਤੈਨੂੰ ਲੈ ਕੇ ਜਾਂਦੇ ਆ ਕਿੰਨੀ ਦੇਰ ਕੰਮ ਕਰਾਉਂਦੇ ਆ? ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਦੇਰ ਕੰਮ ਕਰਦਾ? ਸਵੇਰ ਤੋਂ ਲੈ ਕੇ ਸ਼ਾਮ ਤੱਕ। ਪੈਸੇ ਕਿੰਨੇ ਕੁ ਦੇ ਦਿੰਦੇ ਫਿਰ? 15 ਰੁਪਏ। 15 ਰੁਪਏ ਦੇ ਵਿੱਚ ਹੁਣ ਤੱਕ ਕਿੰਨੇ ਕੁ ਪੈਸੇ ਫਿਰ ਇਕੱਠੇ ਕਰ ਲਈ? 5 ਰੁਪਏ। 5 ਰੁਪਏ। ਤੇ ਡੈਡੀ ਦੇ ਆਪਰੇਸ਼ਨ ਦੇ ਉੱਤੇ 5 ਰੁਪਈਆਂ ਨਾਲ ਸਰ ਜਾਏਗਾ? 5 ਰੁਪਈਏ ਨਾਲ ਆਪਰੇਸ਼ਨ ਹੋ ਜਾਏਗਾ ਡੈਡੀ ਦਾ? ਨਹੀਂ। ਜਦ ਮੰਮੀ ਕੰਮ ਕਰਨ ਜਾਂਦੇ ਨੇ ਤਾਂ ਫਿਰ ਤੂੰ ਕੀ ਕਰਦਾ ਮਗਰੋਂ? ਘਰ ਦਾ ਕੀ ਕਰਦਾ? ਮੈਂ ਕੁਛ ਨਹੀਂ ਨਹੀਂ ਕਰਦਾ। ਤਾਂ ਬੇਟਾ ਜਦੋਂ ਮੰਮੀ ਕੰਮ ਤੇ ਜਾਂਦੇ ਨੇ, ਮਿਹਨਤ ਕਰਕੇ ਆਉਂਦੇ ਨੇ, ਤੁਹਾਡੇ ਵਾਸਤੇ ਰੋਟੀ ਪਾਣੀ ਤਿਆਰ ਕਰਦੇ ਨੇ, ਸੋ ਤੁਹਾਨੂੰ ਮਨਪਸੰਦ ਰੋਟੀ ਪਾਣੀ ਮਿਲ ਰਿਹਾ ਜਾਂ ਨਹੀਂ ਮਿਲਦਾ? ਜਾਂ ਬਹੁਤ ਕੁਝ ਖਾਣ ਨੂੰ ਕਿਸੇ ਵੇਲੇ ਜੀ ਕਰਦਾ ਹੋਵੇ ਤੇ ਵੇਖਦੇ ਰਹਿੰਦੇ, ਤਰਸਦੇ ਰਹਿੰਦੇ ਹੋ ਕਿ ਜਾਂ ਮਿਲਦਾ ਖਾਣ ਨੂੰ ਸਾਰਾ ਕੁਝ? ਮਿਲ ਜਾਂਦਾ। ਮਿਲ ਜਾਂਦਾ। ਸ਼ਾਬਾਸ਼ ਜਿਗਰਾ, ਕਿਆ ਬਾਤ ਹੈ। ਇਹਨੂੰ ਕਹਿੰਦੇ ਮਾਂ ਬਾਪ ਦੀ ਇੱਜ਼ਤ ਰੱਖਣੀ। ਜਿਉਂਦਾ ਰਹੋ ਪੁੱਤਰਾ, ਇਹਨੂੰ ਕਹਿੰਦੇ ਇੱਜ਼ਤ ਰੱਖਣੀ।
ਇਹਨਾਂ ਦਾ ਵੱਡਾ ਬੇਟਾ ਵੀ ਇੱਥੇ ਨਾਲ ਹੈ, ਇੱਧਰ ਆਓ ਮੇਰੇ ਕੋਲ। ਨਾਂ ਕੀ ਤੁਹਾਡਾ? ਬੁੱਗਾ। ਤੁਸੀਂ ਕੀ ਕਰਦੇ ਹੋ? ਭਾਜੀ ਕੋਈ ਨਹੀਂ, ਘਰੇ ਰਹਿੰਦੀ ਤੇ ਪੜ੍ਹਾਈ ਕਰੀ ਦੀ ਜੇ ਘਰੇ ਹੀ। ਮੰਮੀ ਕੰਮ ਕਰਦੇ ਜੇ। ਹਾਂਜੀ ਤੋ ਪਿਛਲੇ ਦਿਨਾਂ ਦੇ ਵਿੱਚ ਪਾਪਾ ਦੇ ਇਲਾਜ ਲਈ ਤੁਹਾਨੂੰ ਕੀ ਕਰਨਾ ਪਿਆ ਸੀ? ਭਾਜੀ ਮੰਮੀ ਨੇ ਪਹਿਲਾਂ, ਮੇਰਾ ਡੈਡੀ ਬਹੁਤ ਤੜਫਦਾ ਸੀ। ਮੰਮੀ ਨੇ ਇਦਾਂ ਲੋਕਾਂ ਦੇ ਕੰਮ ਕਰਕੇ ਪਹਿਲਾਂ ਕਿਤੇ ਪਿਸ਼ਾਬ ਰੁਕ ਜਾਂਦਾ, ਕਿਤੇ ਕੁਛ ਹੋ ਜਾਂਦਾ ਸੀ, ਤੇ ਮੁੜ ਕੇ ਮੰਮੀ ਨੇ ਇਲਾਜ ਕਰਾਤਾ ਇਦਾਂ ਹੀ ਚੁੱਕ ਚੱਕ ਕੇ ਲੋਕਾਂ ਦਾ ਕੰਮ ਕਰਕੇ। ਇਲਾਜ ਕਰਵਾ ਦਿੱਤਾ ਹੈ? ਹਾਂਜੀ। ਓਕੇ। ਤੇ ਇਲਾਜ ਕਰਾਉਣ ਤੋਂ ਬਾਅਦ ਜਦੋਂ ਤੁਸੀਂ ਦੇਖਿਆ ਕਿ ਤੁਹਾਡੇ ਮੰਮੀ ਦੇ ਕੋਲੋਂ, ਇਕੱਲਿਆਂ ਦੇ ਕੋਲੋਂ ਗੁਜ਼ਾਰਾ ਨਹੀਂ ਹੋਣਾ, ਘਰ ਕਮਰਾ ਨਹੀਂ ਹੈ, ਛੱਤ ਨਹੀਂ ਹੈ, ਤੁਸੀਂ ਪੜ੍ਹਨਾ ਹੈ, ਤੁਹਾਨੂੰ ਯੂਨੀਫਾਰਮ ਚਾਹੀਦੀ ਹੈ, ਕੱਪੜੇ ਵੀ ਚਾਹੀਦੇ, ਘਰ ਰਾਸ਼ਨ ਵੀ ਚਾਹੀਦਾ ਹੈ, ਸਭ ਕੁਝ ਚਾਹੀਦਾ ਹੈ, ਤੇ ਮੰਮੀ ਤੇ ਇੰਨੀ ਮਿਹਨਤ ਨਹੀਂ ਕਰ ਲੈਂਦੀ ਨਾ ਵੀ ਇੰਨੇ ਪੈਸੇ ਆ ਜਾਣ ਵੀ ਇਹਨਾਂ ਸਾਰੇ ਸੁਪਨੇ ਪੂਰੇ ਹੋ ਜਾਣ? ਭਾਜੀ ਜੇ ਮਿਲ ਜੇ ਖਾ ਪੀ ਲਈਦਾ, ਨਹੀਂ ਤੇ ਫਿਰ ਇਦਾਂ ਹੀ ਲੰਮੇ ਪਏ ਸੌਂ ਜਾਈਦਾ ਰਾਤ ਨੂੰ। ਕਿੰਨੀ ਵਾਰ ਇਦਾਂ ਹੋਇਆ ਭੁੱਖੇ ਸੌਣਾ ਪਿਆ? ਭਾਜੀ ਇਦਾਂ ਹੀ ਚੱਲਣ ਡਿਆ ਕੰਮ ਕਿ 2 ਦਿਨ ਖਾਣੀ ਨਹੀਂ, ਨਾ ਕਿ ਤੀਜੇ ਦਿਨ ਮਿਲਣੀ ਜਾਂ ਦੂਜੇ ਦਿਨ ਮਿਲਣੀ, ਇਦਾਂ ਹੀ ਰਹਿੰਦੇ ਭਾਜੀ। ਕੋਈ ਮਦਦ ਨਹੀਂ ਕਰਦਾ? ਆਂਡੋ ਕਮਾਂਡੋ ਪਿੰਡ ਦੇ ਵਿੱਚ ਚੰਗੇ ਲੋਕ ਹੁੰਦੇ ਆ, ਕੋਈ ਆਣ ਕੇ ਕਹਿੰਦਾ ਹੋਵੇ ਉਹ ਪੁੱਤਰਾ ਤਗੜਾ ਹੋ, ਕੋਈ ਮਹੀਨੇ ਦਾ ਰਾਸ਼ਨ ਮੈਂ ਪਾ ਦਿੰਦਾ, 15 ਦਿਨ ਦਾ ਦਿੰਦਾ, ਕੁਛ ਇਦਾਂ ਦੇ ਕੋਈ ਲੋਕ ਨਹੀਂ? ਭਾਜੀ ਕੋਈ ਨਹੀਂ ਮਦਦ ਕਰਦਾ, ਕੋਈ ਨਹੀਂ ਆਉਂਦਾ ਘਰ ਬਾਹਰ। ਅੱਛਾ, ਕੋਈ ਮਦਦ ਨਹੀਂ ਕਰਦਾ? ਹਾਂਜੀ। ਪਰ ਤੁਹਾਡੀ ਮਦਦ ਵਾਸਤੇ ਤੇ ਹੁਣ ਬਹੁਤ ਸਾਰੇ ਹੱਥ ਉੱਠੇ ਨੇ, ਤੁਸੀਂ ਕਹਿੰਦੇ ਕੋਈ ਮਦਦ ਨਹੀਂ ਕਰਦਾ। ਹੁਣ ਭਾਜੀ ਆ ਤਰਪਾਲ ਦੀ ਵੀਡੀਓ ਪਾਈ ਸੀ ਤਾਂ ਆਂਦੇ ਮਦਦ ਕਰਾਂਗੇ ਹੁਣ ਤੁਹਾਡੀ। ਹਾਂਜੀ। ਅੱਛਾ ਪੁੱਤ, ਇਹ ਤਰਪਾਲ ਦੇ ਵਿੱਚ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ? ਭਾਜੀ ਹੋ ਗਿਆ ਜਦੋਂ ਦਾ ਕੋਠਾ ਟੱਠਾ। ਹਾਂਜੀ ਉਦੋਂ ਦਾ। ਜੀ, ਸਵੇਰ ਤੋਂ ਮਤਲਬ ਇਹ ਕੋਠਾ ਟੱਠਣ ਤੋਂ ਬਾਅਦ ਮਤਲਬ ਕਿੰਨੀ ਸਾਲ ਹੋ ਗਏ? 2 ਸਾਲ ਹੋ ਗਏ, ਕਿੰਨੀ ਦੇਰ ਹੋ ਗਈ? ਭਾਜੀ 1.5 ਕੁ ਸਾਲ ਹੋ ਗਿਆ ਕਮਰੇ ਨੂੰ, ਮੁੜ ਕੇ ਅਸੀਂ ਤਰਪਾਲ ਪਾਲੀ ਕੀ ਇੱਥੇ ਰਹੀ ਜਾਂਦੇ ਹਾਂ। ਤੇ ਜਦੋਂ ਮੀਂਹ ਹਨੇਰੀ ਬਾਰਿਸ਼ ਆਂਦੀ ਹੈ ਫਿਰ ਇੱਥੇ ਦਾ ਹਾਲ ਕੀ ਹੁੰਦਾ? ਭਾਜੀ ਫਿਰ ਇੱਟਾਂ ਉੱਟਾਂ ਕਰਕੇ ਖਲਾੜ ਖਲੂੜ ਲਈਦੀ ਆ, ਤਰਪਾਲ ਉੱਡੇ ਨਾ, ਉੱਤੇ ਡੰਡੇ ਡੁੰਡੇ ਸੁੱਟ ਦਈਦੇ ਤੇ ਵਿੱਚ ਬੈਠੇ ਰਹੀਦਾ। ਬੈਠੇ। ਸੋ ਇਹ ਜਿਹੜੇ ਪਰਿਵਾਰ ਨੇ, ਇਹ ਜਿਹੜੇ ਬੱਚੇ ਨੇ, ਇਹ ਜਿਹੜੇ ਮੈਂ ਬੱਚਿਆਂ ਦਾ ਜ਼ਿਕਰ ਕਰ ਰਿਹਾ ਜੀ, ਇਹਨਾਂ ਬੱਚਿਆਂ ਦੀ ਜਿਗਰਾ ਦੇਖੋ, ਇਹਨਾਂ ਬੱਚਿਆਂ ਦਾ। ਇੱਕ ਬੇਟੇ ਨੇ, ਵੱਡੇ ਨੇ ਸੱਚ ਬੋਲ ਦਿੱਤਾ, ਉਹਦੇ ਕੋਲ ਬਰਦਾਸ਼ਤ ਨਹੀਂ ਹੋਇਆ ਕਿ ਕਈ ਵਾਰੀ ਸਾਨੂੰ ਭੁੱਖਿਆ ਰਹਿਣਾ ਪੈਂਦਾ, ਔਰ ਇਹ ਬੱਚੇ ਜਿਹੜੇ ਨੇ ਕਹਿ ਰਹੇ ਨੇ ਕਿ ਸਾਨੂੰ ਮਨਪਸੰਦ ਸਾਡੀ ਮਾਤਾ ਪਿਤਾ ਸਾਡੇ ਸਾਰਾ ਕੁਝ ਸਾਨੂੰ ਖਵਾਉਂਦੇ ਨੇ। ਜਿਗਰਾ ਇਹਨਾਂ ਬੱਚਿਆਂ ਦਾ। ਇਹ ਮਾਤਾ ਆਪਣੀ ਮਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਵੇਖ ਸਕਦੇ, ਔਰ ਇਹਨਾਂ ਦੀ ਮਾਂ ਜਿਹੜੀ ਹੈ ਆਪਣੇ ਬੱਚਿਆਂ ਦੀਆਂ ਅੱਖਾਂ 'ਚ ਹੰਝੂ ਨਹੀਂ ਦੇਖ ਸਕਦੀ। ਇਹਨਾਂ ਦੀ ਮਾਂ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਔਰ ਇਹ ਬੱਚੇ ਆਪਣੀ ਮਾਤਾ ਨੂੰ ਖੁਸ਼ ਰੱਖਣ ਵਾਸਤੇ, ਆਪਣੇ ਬਾਪ ਦਾ ਇਲਾਜ ਕਰਨ ਦੇ ਲਈ, ਉਹਦਾ ਆਪਰੇਸ਼ਨ ਕਰਾਉਣ ਦੇ ਲਈ ਕੋਈ ਪਨੀਰੀ ਪੁੱਟ ਲਿਆ, ਕੋਈ ਦਿਹਾੜੀ ਤੇ ਜਾ ਰਿਹਾ ਤੇ ਕੋਈ ਕਿਸੇ ਤਰ੍ਹਾਂ ਦੀ ਮਿਹਨਤ ਕਰ ਰਿਹਾ। ਕੀ ਨਾਂ ਤੁਹਾਡਾ? ਸੰਜੀਤ ਭਾਜੀ। ਇਹ ਜੋ ਹਾਲਾਤ ਤੁਹਾਡੇ ਨਾਲ ਹੋਏ, ਪਹਿਲਾਂ ਹੱਸਦਾ ਵਸਦਾ ਸੋਹਣਾ ਘਰ ਸੀ, ਸਭ ਕੁਝ ਸੀ ਤੁਹਾਡੇ ਘਰ? ਪਹਿਲਾਂ ਵੀ ਇਦਾਂ ਟੁੱਟਾ ਭੱਜਿਆ ਦੀ ਭਾਜੀ, ਪਹਿਲਾਂ ਵੀ ਟੁੱਟਾ ਭੱਜਿਆ ਤੇ ਇਦਾਂ ਦੁੱਖ ਬਿਮਾਰੀਆਂ ਨੇ ਸਾਨੂੰ ਮਾਰ ਛੱਡਿਆ। ਇਦਾਂ ਬਹੁਤ ਦਰਦ ਹੋਣੀ ਇਹਨਾਂ ਦੇ, ਤੇ ਨਲਾਂ ਵਿੱਚ ਪੱਥਰੀਆਂ ਤੇ 2 ਬਾਥਰੂਮ ਵਾਲੀ ਜਗ੍ਹਾ 'ਚ ਪੱਥਰੀਆਂ, ਕਦੀ ਉੱਥੋਂ ਦੇਸੀ ਦਵਾਈ ਖਵਾ ਲਈ, ਕਦੀ ਉੱਥੋਂ ਆਰਾਮ ਨਹੀਂ ਆਇਆ। ਬਾਅਦ ਵਿੱਚ ਜ਼ਿਆਦਾ ਤੰਗ ਹੋ ਗਿਆ, ਪਿੰਡ ਵਾਲਿਆਂ ਨੇ ਵੀ ਕਿਹਾ, ਦੱਸਿਆ, ਉਹਨਾਂ ਨੇ ਵੀ ਕਿਹਾ ਵੀ ਜਦੋਂ ਕਿਤੇ ਸਕੀਮ ਕੋਈ ਆਵੇਗੀ ਤੇ ਉਹ ਤੁਹਾਨੂੰ ਪੈਸੇ ਪਾਵਾਂਗੇ। ਕਿਸੇ ਨੇ ਸਾਡੀ ਮਦਦ ਕੀਤੀ, ਇੱਦਾਂ ਲੋਕਾਂ ਦਾ ਕੰਮ ਕਰ ਕੇ ਕਿਤੇ ਦੂਰ ਨੇੜੇ ਜਾ ਕੇ ਤੇ ਇਹਨਾਂ ਦਾ ਇਲਾਜ। ਬਾਅਦ ਵਿੱਚ ਉਹਨਾਂ ਨੇ 2 ਪੱਥਰੀਆਂ ਕੱਢੀਆਂ, ਪੱਥਰ ਜਿੱਡੀਆਂ। ਬਾਅਦ 'ਚ ਉਹਨਾਂ ਨੇ ਕਿਹਾ 3 ਪੱਥਰੀਆਂ ਵਾ, ਉਹਨਾਂ ਦਾ ਵੀ ਆਪਰੇਸ਼ਨ ਹੀ ਹੋਏਗਾ। ਕਿੰਨਾ ਕੁ ਖਰਚਾ ਦੱਸਦੇ ਸੀ ਭਾਜੀ? ਉਹ ਤੇ ਜਿੱਥੇ ਜਾਈਦਾ ਬਹੁਤ ਪੈਸੇ ਮੰਗਦੇ, 50-60 ਹਜ਼ਾਰ ਰੁਪਏ ਕਹਿੰਦੇ ਲੱਗੇ। ਤੇ ਇਸ ਵੇਲੇ ਜਿਹੜੇ ਬੱਚੇ ਆ ਤੁਹਾਡੇ, ਜਦੋਂ ਤੁਹਾਡੇ ਸਾਹਮਣੇ ਕੜਕਦੀ ਧੁੱਪ ਦੇ ਵਿੱਚ, ਕੜਾਕੇ ਦੀ ਧੁੱਪ ਦੇ ਵਿੱਚ, ਗਰਮ ਪਾਣੀ ਦੇ ਵਿੱਚ ਖੜ ਕੇ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਦਿਹਾੜੀ ਲਾਉਂਦੇ ਨੇ, ਤੁਹਾਡੇ ਮਨ ਤੇ ਕੁਝ ਨਹੀਂ ਬੀਤੀ ਕਿ ਇਹ ਬੱਚੇ ਮੇਰੇ ਫੁੱਲਾਂ ਵਰਗੇ ਕੋਮਲ ਬੱਚੇ ਤੇ ਕਿੱਥੇ ਖੜੇ ਗਏ ਨੇ? ਭਾਜੀ ਬਹੁਤ ਦੁੱਖ ਹੁੰਦਾ। ਅੱਜ ਸਾਰੀ ਦੁਪਹਿਰ ਇੱਥੇ ਹੀ ਕੱਟੀ, ਇੰਨੀ ਤਰਪਾਲ ਤਾਂ ਪੜ ਰਹੀ ਤੀ ਨਾ ਕੋਈ ਗੱਲ ਕਰਨਾ। ਕੰਮ ਕਾਰ ਤੇ ਮੇਰੇ ਬੱਚੇ ਨੂੰ ਮੈਂ ਕਿਹਾ ਚਲੋ ਮੇਰਾ ਬੱਚਾ ਕੰਮ ਕਰਨ ਡਿਆ ਪਏਗਾ, ਉਹਨੂੰ ਵੀ ਕੋਈ ਕਰਦਾ। ਇਹੋ ਕਹਿੰਦੇ ਜੇ ਚਲੋ ਆ ਗਲੀਆਂ ਗੁਲੀਆਂ ਬਣੀਆਂ ਇਹਨਾਂ ਤੇ ਲਾ ਲੈਣ, ਉਹਨਾਂ ਆਪਣੇ ਬੱਚੇ ਲਾ ਲਏ, ਇਹਨਾਂ ਨੂੰ ਕਿਸੇ ਨੇ ਨਹੀਂ ਲਾਇਆ। ਕਹਿੰਦੇ ਇਹਨਾਂ 18 ਸਾਲਾਂ ਦੇ ਨਹੀਂ ਹੋਏ। ਠੀਕ ਹੈ ਜੀ, ਠੀਕ ਹੈ। ਸੋ ਪਰ ਹੁਣ ਤੁਹਾਨੂੰ ਕੀ ਉਮੀਦ ਲੱਗਦੀ ਹੈ ਜੀ? ਤੁਸੀਂ ਬੱਚਾ ਜਿਹੜਾ ਹੈ ਜੀ, ਇਹ ਤੁਹਾਡਾ ਬਿਲਕੁਲ ਛੋਟੇ ਨੇ, ਮੈਂ ਤਾਂ ਕਹਿੰਦਾ ਇਹਨਾਂ ਦੇ ਮਾਸੂਮ ਬੱਚਿਆਂ ਦੇ ਹੱਥਾਂ 'ਚ ਜਿੱਥੇ ਫੁੱਟਬਾਲ ਹੋਣਾ ਚਾਹੀਦਾ ਸੀ, ਹਾਕੀ ਹੋਣੀ ਚਾਹੀਦੀ ਸੀ, ਗੇਂਦਾਂ ਹੋਣੀਆਂ ਚਾਹੀਦੀਆਂ ਸੀ, ਖੇਡਣ ਦਾ ਸਮਾਨ ਹੋਣਾ ਚਾਹੀਦਾ ਸੀ, ਸੋਹਣੇ ਕੱਪੜੇ ਹੋਣੇ ਚਾਹੀਦੇ ਸੀ, ਔਰ ਉੱਥੇ ਤੁਸੀਂ ਇਹ ਬੱਚਿਆਂ ਦੇ ਹੱਥਾਂ 'ਚ ਪਨੀਰੀ ਆ ਗਈ, ਮਿਹਨਤ ਆ ਗਈ, ਖੇਤੀ ਆ ਗਈ। ਕੀ ਨਸੀਬ ਹੈ ਬੱਚਿਆਂ ਦੇ? ਕੀ ਕਰਮ ਲੈ ਕੇ ਪੈਦਾ ਹੋਏ? ਭਾਜੀ ਸਾਨੂੰ ਤੇ ਰੀਝ ਇਹ ਆ ਵੀ ਅਸੀਂ ਚਲੋ ਇਹਨਾਂ ਦੀ ਪੜ੍ਹਾਈ ਕਰਾਉਣੀ, ਕੰਮ ਨਹੀਂ ਕੋਈ ਵੀ ਕਰਾ ਸਕਦੇ। ਹੁਣ ਵਿਚਾਰੇ ਇਦਾਂ ਹੀ ਕੇਵਲ ਚੱਪਲਾਂ ਤੋਂ ਵੀ ਤਰਲੇ ਲੈਂਦੇ, ਪਜਾਮਿਆਂ ਤੋਂ ਵੀ, ਕਦੀ ਮੰਮੀ ਆਹ ਚਾਹੀਦਾ, ਫਿਰ ਮੈਂ ਗਾਲਾਂ ਕੱਢੂੰਗੀ। ਜਦੋਂ ਮੈਨੂੰ ਗੁੱਸਾ ਚੜਦਾ ਮੈਂ ਕਿੱਥੋਂ ਲਿਆ ਕੇ ਦੇਵਾਂ ਤੁਹਾਨੂੰ? ਮੈਂ ਤੁਹਾਡੇ
ਘਰ 'ਚ ਰਸੋਈ 'ਚ ਝਾਤੀ ਮਾਰੀ, ਮੈਨੂੰ ਕਿਤੇ ਵੀ ਕੋਈ ਅਨਾਜ, ਕੋਈ ਦਾਲ, ਕੋਈ ਸਬਜ਼ੀ ਕਿਤੇ ਦਿਖਾਈ ਨਹੀਂ ਦਿੱਤੀ। ਕੀ ਘਰ ਦੀ ਇੰਨੀ ਦੁਰਦਸ਼ਾ, ਕੀ ਹਾਲ ਹੈ? ਭਾਜੀ ਇਦਾਂ ਹੀ ਰੋਜ਼ ਹੀ ਇਦਾਂ ਹੀ ਨਾਲੋਂ ਨਾਲ ਕੇਵਲ ਪੈਸਾ ਹੋਵੇ ਤੇ ਲੈ ਆਈਦੀ ਹੈ, ਤੇ ਨਹੀਂ ਤੇ ਕੇਵਲ ਇਦਾਂ ਹੀ ਟਾਈਮ ਪਾਸ। ਉਹ ਮੰਜਾ ਵਾ ਤੇ ਮੰਜੇ ਵੀ ਸਾਡੇ 2 ਆ। ਰਾਤ ਨੂੰ ਕਿ ਗਵਾਂਢੀਆਂ ਘਰੋਂ ਲੈ ਕੇ ਤੇ ਫਿਰ ਅਸੀਂ ਬੱਚੇ ਸੰਭਾਲਦੇ, ਉਹ ਵੀ ਸਾਡਾ ਮੰਜਾ ਸਾਰਾ ਟੁੱਟਾ। ਕਾਰ ਸੇਵਾ ਵਾਲੇ ਮਹਾਂਪੁਰਖ ਹੋਣਗੇ, ਆਸ-ਪਾਸ ਕੋਈ ਹੋਰ ਦਾਨੀ ਸੱਜਣ ਹੋਣਗੇ, ਕਿਸੇ ਨੇ ਆਣ ਕੇ ਤੁਹਾਡੇ ਹੰਝੂ ਨਹੀਂ ਪੂੰਝੇ, ਕਿਸੇ ਨੇ ਆਣ ਕੇ ਤੁਹਾਡੀ ਦੁੱਖ ਤਕਲੀਫ ਨਹੀਂ ਸੁਣੀ? ਭਾਜੀ ਨਹੀਂ, ਹੋਰ ਤੋਂ ਨਹੀਂ, ਪਹਿਲੋਂ ਤੋਂ ਸੁਣੀ ਭਾਜੀ। ਹੁਣ ਚਲੋ ਸਾਡੇ ਵੀਰ ਭਰਾ ਸਾਰੇ ਚਲੋ ਮਦਦ ਕਰਨਗੇ, ਅਸੀਂ ਇਹੋ ਕਰਨਾ ਚਾਹੁੰਦੇ, ਚਲੋ ਸਾਡਾ ਕਮਰਾ ਪਾ ਦੇ, ਸਾਨੂੰ ਪਾਣੀ ਆ ਜਾਵੇ। ਜੀ। ਸੋ ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਵਿਦੇਸ਼ਾਂ ਤੱਕ ਜਾ ਰਹੀ ਹੈ, ਤੁਹਾਡੇ ਬੱਚਿਆਂ ਦੀ ਆਵਾਜ਼ ਜਿਹੜੀ ਹੈ ਵਿਦੇਸ਼ਾਂ ਤੱਕ ਜਾ ਰਹੀ ਹੈ। ਤੁਹਾਡੇ ਮਨ ਦੇ ਵਿੱਚ ਜੋ ਵੀ ਤੁਸੀਂ ਆਪਣੀ ਅਪੀਲ, ਤੁਸੀਂ ਆਪਣੇ ਜਿਹੜੀ ਵੀ ਤੁਹਾਡੀ ਮੰਗ ਹੋਵੇ, ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ NRI ਏਡ ਦੇ ਜਰੀਏ ਜੁੜੇ, NRI TV ਦੇ ਜਰੀਏ ਜੁੜੇ ਜਿੰਨੇ ਵੀ ਦਾਨੀ ਸੱਜਣ ਨੇ ਨਾ, ਤੁਸੀਂ ਉਹਨਾਂ ਨੂੰ ਆਪਣੀ ਮੰਗ ਰੱਖ ਸਕਦੇ। ਤੁਹਾਡੀ ਮੰਗ ਕੀ ਹੈ, ਤੁਸੀਂ ਚਾਹੁੰਦੇ ਕੀ ਜੇ, ਔਰ ਕਿੰਨੀ ਕੁ ਮਦਦ ਤੁਸੀਂ ਚਾਹੁੰਦੇ ਹੋ, ਕੀ ਹੋਵੇ? ਭਾਈ ਸਾਡਾ ਕਮਰਾ ਤਿਆਰ ਹੋ ਰਿਹਾ, ਸਾਡੇ ਕਮਰੇ ਵਿੱਚ ਬੱਚੇ ਬਣ ਜਾਣ, ਸਾਨੂੰ ਪਾਣੀ ਮਿਲ ਜਾਏ, ਸਾਡਾ ਮੰਜਿਆਂ ਦੇ ਬਸ ਇਹੋ ਸਾਨੂੰ ਖੁਸ਼ੀ ਆ ਵੀ ਬਹੁਤ ਧੰਨਵਾਦ ਹੋਏਗਾ ਜਿਹੜੇ ਆਪਾਂ ਆਪਣੇ ਕਮਰੇ ਦੇ ਵਿੱਚ ਵੜਾਂਗੇ। ਅੱਛਾ, ਪਾਣੀ ਦਾ ਜ਼ਿਕਰ ਕਰ ਰਹੇ ਸੀ, ਇਹ ਨਲਕਾ ਕਿੰਨੀ ਦੇਰ ਤੋਂ ਸੁੱਕਾ ਹੈ ਤੁਹਾਡਾ? ਇਹ ਨਲਕਾ ਵਾਹਵਾ ਚਿਰ ਤੋਂ ਸੁੱਕ ਗਿਆ, ਲਾਗੇ ਮੋਟਰ ਲਵਾ ਲਈਆਂ ਸਾਰਿਆਂ ਨੇ, ਇਹ ਪਾਣੀ ਛੱਡ ਚੁੱਕਾ ਥੱਲੇ ਉੱਤੀ। ਤੇ ਫਿਰ ਤੁਸੀਂ ਗੁਜ਼ਾਰਾ ਕਿੱਦਾਂ ਕਰਦੇ ਹੋ? ਭਾਂਡੇ ਵੀ ਧੋਣੇ ਆ, ਬੱਚਿਆਂ ਦੇ ਕੱਪੜੇ ਵੀ ਧੋਣੇ ਆ, ਤੁਸੀਂ ਨਹਾਣਾ, ਸਾਰਾ ਬੱਚਿਆਂ ਨੇ ਨਹਾਣਾ ਧੋਣਾ, ਤਾਂ ਇਹ ਕਿੱਦਾਂ ਗੁਜ਼ਾਰਾ ਹੁੰਦਾ? ਇਦਾਂ ਭਾਜੀ ਆਂਢੀਆਂ ਗਵਾਂਢੀਆਂ ਘਰੋਂ ਬਾਲਟੀਆਂ ਲਿਆ ਕੇ ਟਾਈਮ ਪਾਸ ਕਰੀਦਾ, ਉਹ ਵੀ ਰਾਤ ਨੂੰ ਬੋਏ ਬਾਏ ਮਾਰੇ ਹੁੰਦੇ, ਸਵੇਰ ਨੂੰ ਖੋਲਣ ਤੇ ਫੇਰ ਲਿਆਉਣਾ। ਇਹ ਉਹ ਬੱਚਾ ਹੈ ਜੀ ਜਿਸ ਦੀ ਅੱਖਾਂ 'ਚ ਹੰਝੂ ਆਉਂਦੇ ਆ, ਸਾਰਿਆਂ ਦਾ ਪੱਥਰ ਵਰਗਾ ਦਿਲ ਵੀ ਕਿਸੇ ਦਾ ਹੋਵੇ ਤਾਂ ਵੀ ਪਸੀਜ ਗਿਆ ਸੀ। ਭੁੱਬਾ ਮਾਰ ਕੇ ਇਹ ਬੱਚਾ ਜਿਹੜਾ ਨਾ ਇਹ ਰੋਇਆ ਸੀ, ਵਿਲਕਿਆ ਸੀ, ਔਰ ਹਰ ਇੱਕ ਦੀ ਰੂਹ ਜਿਹੜੀ ਸੀ ਕੁਰਲਾ ਉੱਠੀ ਸੀ। ਤੁਸੀਂ ਸਾਰੇ ਇਹਦਾ ਫੇਸ ਇੰਪ੍ਰੈਸ਼ਨ ਦੇਖ ਸਕਦੇ ਹੋ। ਕਿਸੇ ਦਾ ਵੀ ਚਿਹਰਾ ਪੜ੍ਹਿਆ ਜਾ ਸਕਦਾ ਹੈ, ਕਿਸੇ ਦੇ ਚਿਹਰੇ ਨੂੰ ਪੜ੍ਹ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਰਿਵਾਰ ਚਾਹੁੰਦਾ ਕੀ ਹੈ, ਬੱਚਿਆਂ ਨੂੰ ਚਾਹੀਦਾ ਕੀ ਹੈ। ਇਹ ਮਾਸੂਮ ਹੱਥ ਮੈਂ ਫਿਰ ਦਿਖਾਉਣ ਲੱਗਾ ਜੀ, ਇਹ ਹੱਥ ਦੇਖੋ ਜਰਾ ਇੱਕ ਵਾਰੀ। ਇਹ ਉਹ ਮਾਸੂਮ ਹੱਥ ਨੇ ਜਿਨ੍ਹਾਂ ਮਾਸੂਮ ਹੱਥਾਂ ਦੇ ਵਿੱਚ, ਜਿੱਥੇ ਮੈਂ ਬਾਰ-ਬਾਰ ਕਹਿ ਰਿਹਾ ਕਿਤੇ ਫੁੱਟਬਾਲ, ਹਾਕੀ ਜਾਂ ਖੇਡਣ ਵਾਲੀ ਸਮੱਗਰੀ ਹੋਣੀ ਚਾਹੀਦੀ ਸੀ, ਖੇਡਾਂ ਖੇਡਣੀਆਂ ਚਾਹੀਦੀਆਂ ਸੀ ਇਸ ਬੱਚੇ ਨੂੰ, ਤੇ ਇਹਨਾਂ ਹੱਥਾਂ ਦੇ ਨਾਲ ਉਹ ਪੁੱਟਦਾ ਹੈ ਖੇਤ 'ਚੋਂ ਪਨੀਰੀ, ਇਹ ਲਗਾਉਂਦਾ ਹੈ ਝੋਨਾ। ਪਰਮਾਤਮਾ ਨੇ ਹਰ ਇੱਕ ਦੇ ਵੇਖੋ ਲੇਖ ਕੈਸੇ ਲਿਖੇ ਨੇ, ਇਸ ਮਾਂ ਦੇ ਲੇਖ ਵੀ ਦੇਖੋ ਕੈਸੇ ਨੇ। ਇਸ ਮਾਂ ਨੂੰ ਉਸ ਅਕਾਲ ਪੁਰਖ ਨੇ, ਪਰਮਾਤਮਾ ਨੇ 3 ਲਾਲ ਬਖਸ਼ੇ ਨੇ, ਤਿੰਨੇ ਗੁਰਸਿੱਖ ਨੇ, ਔਰ ਇਹ ਤਿੰਨੇ ਲਾਲ ਜਿਹੜੇ ਨੇ ਇਸ ਮਾਂ ਦੀ ਪਰਵਾਹ ਕਰਦੇ ਨੇ, ਆਪਣੀ ਮਾਂ ਤੋਂ ਜਾਨ ਵਾਰਦੇ ਨੇ। ਆਪਣੀ ਮਾਂ ਨੂੰ ਕੰਮ ਕਰਦਿਆਂ ਹੋਇਆਂ ਵੇਖ ਕੇ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਔਰ ਆਪਣੇ ਪਿਤਾ ਦੇ ਇਲਾਜ ਲਈ ਨਿਕਲ ਪਏ ਆਪ ਹੀ ਖੁਦ ਹੀ, ਔਰ ਦਿਹਾੜੀ ਵਾਸਤੇ ਜਾ ਕੇ ਕਹਿੰਦੇ ਨੇ ਕਿ ਸਾਨੂੰ ਦਿਹਾੜੀ ਲੱਗ ਜਾਏ, ਪਰ ਕਿਉਂਕਿ ਬੱਚੇ ਛੋਟੇ ਨੇ ਤੇ ਦਿਹਾੜੀ ਕਿੰਨੀ ਦਿੱਤੀ ਕਸਾਈਆਂ ਨੇ, ਲੋਕਾਂ ਨੇ ਦੇਖੋ ਸਾਰਾ ਦਿਨ ਕੰਮ ਕਰਾ ਰਹੇ, ਬੱਚਾ ਕਹਿੰਦਾ ਸਵੇਰ ਤੋਂ ਸ਼ਾਮ ਤੱਕ, ਤੇ ਦਿਹਾੜੀ ਕੀ ਦਿੰਦੇ ਨੇ? 15 ਰੁਪਈਏ। ਵਾਹ ਜੀ ਵਾਹ, ਕਮਾਲ ਜੇ ਤੁਹਾਡੀ। ਔਰ ਤੁਸੀਂ ਚਾਈਲਡ ਲੇਬਰ ਵੀ ਕਰਵਾਓ ਤੇ ਰੁਪਈਏ ਵੀ 15 ਦਿਓ, ਕੁਛ ਤੇ ਸ਼ਰਮ ਕਰੋ, ਕਿਤੇ ਤਰਸੀ ਕਰ ਲਓ ਥੋੜਾ ਜਿਹਾ। ਇੱਕ ਮਾਸੂਮ ਬੱਚੇ ਕੋ ਇੰਨਾ ਕੰਮ ਲੈ ਕੇ, ਔਰ ਇਹ ਬੱਚੇ ਜਿਹੜੇ ਨੇ ਚੰਗੇ ਭਲੇ ਬੰਦੇ ਨਾਲ ਵੱਧ ਕੰਮ ਕਰ ਜਾਂਦੇ ਨੇ, ਇਹ ਵੀ ਦੱਸ ਦਈਏ ਤਾਂ ਪਤਾ ਨਹੀਂ ਕਿੰਨਾ ਕੁ ਕੰਮ ਕਰ ਲੈਂਦਾ ਸੀ ਮੇਰਾ ਪੁੱਤ, ਇਹ ਦੱਸੀ ਹੁਣ ਜਰਾ, ਕੰਮ ਕਿੰਨਾ ਕੁ ਕਰਦਾ ਸੀ? ਪਨੀਰੀ ਕਿੰਨੀ ਕੁ ਪੁੱਟ ਲੈਣਾ, ਕਿੰਨੇ ਕੁ ਗੁੱਠੀਆਂ ਲਾ ਦਿੰਦਾ? 50। ਤੇ ਤੇਰਾ ਜਿਹੜੇ ਲਾਗੇ ਚੰਗੇ ਭਲੇ ਮੇਰੇ ਵਰਗੇ ਉੱਥੇ ਬੈਠੇ ਹੁੰਦੇ ਸੀ, ਉਹ ਪੁੱਟਦੇ ਸੀ, ਉਹ ਕਿੰਨੀਆਂ ਕਰਦੇ ਸੀ? 10। ਤੂੰ ਤੇ ਉਹਨਾਂ ਨੂੰ ਕਿਤੇ ਜ਼ਿਆਦਾ ਕਰਦਾ ਹਾਂ, ਤੇ ਉਹਨਾਂ ਨੂੰ ਕਿੰਨੀ ਦਿਹਾੜੀ ਦਿੰਦੇ ਸੀ ਉਹ? ਹੈ ਪਤਾ ਤੈਨੂੰ ਕਿ ਉਹਨੂੰ ਕਿੰਨੀ ਦਿਹਾੜੀ ਦਿੰਦੇ ਸੀ? ਨਹੀਂ ਪਤਾ? 300 ਦਿੰਦੇ, 400 ਦਿੰਦੇ, ਕੀ ਦਿਹਾੜੀ ਦਿੰਦੇ, ਨਹੀਂ ਪਤਾ? ਸੋ ਇਹ ਬੱਚਾ ਜਿਹੜਾ ਦੇਖ ਲਓ ਜੀ ਕਿੰਨਾ ਕੰਮ ਕਰਦਾ ਸੀ, ਸਾਰੇ ਦਿਨ 'ਚ ਕੰਮ ਕਰਦਾ। ਰੋਟੀ ਦਿੰਦੇ ਸੀ ਕਿ ਨਹੀਂ ਦੁਪਹਿਰੇ ਖਾਣ ਨੂੰ, ਕਿ ਉਹ ਆਪਣੀ ਖਾਣਾ? ਆਪਣੀ ਰੋਟੀ ਵੀ ਆਪਣੀ। ਕਿਆ ਬਾਤ ਹੈ। ਸੋ ਰੋਟੀ ਵੀ ਵਿਚਾਰੇ ਘਰੋਂ ਲੈ ਕੇ ਜਾਂਦੇ ਸੀ, ਤੇ 15 ਰੁਪਈਆਂ 'ਚ ਕੀ ਕਰਦਾ ਹੋਏਗਾ? ਤੇ 15 ਰੁਪਈਏ ਦੀ ਦਿਹਾੜੀਆਂ ਲਾ ਕੇ ਤੇ 25 ਰੁਪਈਏ ਜੋੜੇ ਮੁੰਡੇ ਨੇ, ਪੂਰੇ 25, ਤੇ 25 ਰੁਪਈਏ ਜੋੜ ਕੇ ਕਹਿੰਦਾ ਮੈਂ ਪਾਪਾ ਦਾ ਆਪਰੇਸ਼ਨ ਕਰਾਉਣਾ ਤੇ ਇਲਾਜ ਕਰਾਉਣਾ। ਸੋ ਤੁਸੀਂ ਹੁਣ ਆਪ ਹੀ ਦੇਖੋ, ਇਸ ਕੱਖਾਂ ਦੀ ਕੁੱਲੀ ਦੇ ਵਿੱਚ ਗੁਰਸੇਵਕ ਜਦੋਂ ਪਰਮਾਤਮਾ ਨੂੰ ਯਾਦ ਕਰਦਾ ਹੋਏਗਾ, ਉਹਦੇ ਬੱਚੇ ਜਦੋਂ ਇੱਥੇ ਬੈਠ ਕੇ ਯਾਦ ਕਰਦੇ ਹੋਣਗੇ, ਤੇ ਜਦੋਂ ਉਸ ਦੀ ਪਤਨੀ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੀ ਹੋਏਗੀ, ਤਾਂ ਤੁਸੀਂ ਖੁਦ ਅੰਦਾਜ਼ਾ ਲਗਾਓ ਉਹ ਫਰਿਆਦ ਕੀ ਹੋਏਗੀ। ਜਦੋਂ ਸੱਚੇ ਦਿਲੋਂ ਕੋਈ ਅਰਦਾਸ ਕਰੀਏ ਨਾ, ਤਾਂ ਪਰਮਾਤਮਾ ਦੀ ਸੁਣਵਾਈ ਜਿਹੜੀ ਹੈ ਅਟਲ ਹੈ। ਪਰਮਾਤਮਾ ਦੇ ਦਰਬਾਰ 'ਚ ਅਰਦਾਸ ਲੱਗਣੀ ਤੇ ਪਹੁੰਚਣੀ ਹੀ ਪਹੁੰਚਣੀ ਹੈ। ਸੋ ਪਾਵਨ ਗੁਰਬਾਣੀ ਦਾ ਫਰਮਾਨ ਹੈ, ਪ੍ਰਭ ਬੋਲੇ ਕਾਇਆ ਕੀ ਓਲੇ, ਕਾਇਆ ਬਿਨਾ ਪ੍ਰਭ ਕੈਸੇ ਬੋਲੇ। ਉਹ ਪਰਮਾਤਮਾ ਸਾਖਸ਼ਾਤ ਤੇ ਆਪ ਪਹੁੰਚ ਨਹੀਂ ਸੀ ਸਕਦੇ, ਪਰ ਉਹਨਾਂ ਨੇ ਆਪਣਾ ਹੀ ਕੋਈ ਰੂਪ, ਯਾਨੀ ਕਿ ਕਿਸੇ ਦੇ ਵਿੱਚ
ਆਪਣੀ ਰੂਪ ਪਾ ਕੇ ਕਿਸੇ ਨੂੰ ਹੁਕਮ ਲਾਉਂਦੇ ਨੇ ਔਰ ਉਹ ਸਮਾਜ ਸੇਵੀ ਲੋਕ ਪਹੁੰਚਦੇ ਨੇ ਉਸ ਪਰਿਵਾਰ ਦੀ ਮਦਦ ਕਰਨ ਦੇ ਲਈ। ਸੋ ਇਸ ਕੱਖਾਂ ਦੀ ਕੁੱਲੀ ਦੇ ਵਿੱਚ ਪਹੁੰਚੇ ਨੇ ਦਾਨੀ ਵੀਰ। ਕੀ ਕਹਿਣਾ ਉਹਨਾਂ ਦਾ, ਕੀ ਉਹਨਾਂ ਨੇ ਮਦਦ ਕੀਤੀ ਹੈ ਔਰ ਕੀ ਇਸ ਪਰਿਵਾਰ ਦੇ ਲਈ ਕਰਨ ਜਾ ਰਹੇ ਨੇ, ਔਰ ਕਿਹੜੇ ਇੱਥੇ ਆਣ ਕੇ ਉਹਨਾਂ ਨੇ ਸੱਚਾਈ ਦੇਖੀ, ਘੋਖ ਕੀਤੀ ਔਰ ਉਹਨਾਂ ਨੂੰ ਇਸ ਸਾਰੇ ਮਾਮਲੇ 'ਚ ਕਿੰਨੀ ਕੁ ਸੱਚਾਈ ਲੱਗੀ ਔਰ ਉਸ ਸੱਚਾਈ ਤੋਂ ਬਾਅਦ ਉਹਨਾਂ ਨੇ ਕੀ ਫੈਸਲਾ ਲਿਆ, ਉਹ ਅਸੀਂ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵਿਜੇ ਤ੍ਰਿਨ ਨਾਲ। ਤ੍ਰਿਨ ਜੀ ਇੱਧਰ ਆ ਜਾਓ ਜਰਾ ਤੁਸੀਂ। ਤੋ ਤ੍ਰਿਨ ਜੀ, ਇੱਥੇ ਪਹੁੰਚਣ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਕੀ ਦੇਖਿਆ? ਸਭ ਤੋਂ ਪਹਿਲਾਂ ਤੇ ਮੈਂ ਆਪਣੇ NRI ਚੈਨਲ ਦੇਖ ਰਹੇ ਸਾਰੇ ਦਰਸ਼ਕ ਭੈਣਾਂ ਭਰਾਵਾਂ ਦੇ ਨਾਲ ਆਪਣੀ ਰਸਨਾ ਨੂੰ ਪਵਿੱਤਰ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦਾ NRI ਚੈਨਲ ਆਪਣੇ ਵੀਰ ਦਾ, ਜਿਨ੍ਹਾਂ ਨੇ ਇੰਨੀ ਤਰਾਸ ਦੀ ਗਰਮੀ ਦੇ ਵਿੱਚ ਜਦੋਂ ਪਤਾ ਲੱਗਾ ਇਹਨਾਂ ਨੂੰ ਵੀਡੀਓ ਮਾਧਿਅਮ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਤੇ ਤੁਸੀਂ ਇਸ ਘਰ ਪਹੁੰਚੇ। ਮੈਂ ਵੀ ਕੱਲ ਦਾ ਇਸ ਘਰ 'ਚ ਤਕਰੀਬਨ ਮੈਂ ਕੱਲ ਦਾ ਸਮਝ ਲਓ ਇੱਥੇ ਹੀ ਹਾਂ ਕਿ ਚੈਨ ਹੀ ਨਹੀਂ ਆ ਰਿਹਾ ਜਿਉਂਦਾ ਦੇਖਿਆ ਕਿ ਪ੍ਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਹੈ ਗੁਰਸੇਵਕ ਵੀਰ ਦੀ, ਪਤਾ ਨਹੀਂ ਇਹਨੇ ਕਿਤੇ ਅੱਖਾਂ ਬੰਦ ਕਰਕੇ ਅਕਾਲ ਪੁਰਖ ਵੱਲ ਝਾਤੀ ਮਾਰੀ ਏ, ਜਿਹੜਾ ਕਿ ਸਾਰੇ ਜਿੰਨੇ ਮੇਰੇ ਪੱਤਰਕਾਰ ਵੀਰ ਚੌਥਾ ਥੰਮ ਉਹਨਾਂ ਦੇ ਸਾਰਿਆਂ ਦੇ ਦਿਮਾਗ 'ਚ ਆ ਗਿਆ ਵੀ ਆਪਾਂ ਕੱਲੂਸੋਲ ਪਿੰਡ ਜਾਣਾ। ਤੇ ਅੱਜ ਸਾਰੇ ਜਿਹੜੇ ਸਮਾਜ ਸੇਵੀ ਜਿਨ੍ਹਾਂ ਦੇ ਵਿੱਚ ਜਨੂਨ ਹੈ, ਸਾਰੇ ਉਹ ਭਰਾ ਸਾਡੇ ਆਏ। ਜਿਸੇ ਤਰ੍ਹਾਂ ਰਿਸ਼ਪਾਲ ਬਿੱਟੂ ਵੀਰ ਆਪਣੇ ਸਾਹਿਬਜ਼ਾਦੇ ਛੋਟੇ ਵੀਰ ਨੂੰ ਵੀ ਲੈ ਕੇ ਆਏ ਨੇ। ਸੋ ਅੱਜ ਸਭ ਤੋਂ ਪਹਿਲਾਂ ਸਮਾਜ ਸੇਵੀ ਸਾਡੇ ਵੀਰ ਬਲਵਿੰਦਰ ਸਿੰਘ ਜੀ ਪੱਖੋਕੇ ਨਾਲ ਰਾਜਵਿੰਦਰ ਕੌਰ ਭੈਣ ਜੀ ਜਿਹੜੇ ਉਹਨਾਂ ਦੇ ਨਾਲ ਮੈਂਬਰ ਨੇ। ਮੈਂ ਬਿਲਕੁਲ ਉਹਨਾਂ ਕੋਲ ਜਦੋਂ ਜਾਵਾਂਗੇ ਅਸੀਂ ਰੂਬਰੂ ਉਹਨਾਂ ਨਾਲ, ਮੈਂ ਚਾਹਾਂਗਾ ਕਿ ਵਿਜੇ ਤ੍ਰਿਨ, ਕੱਲ ਦੇ ਤੁਸੀਂ ਇੱਥੇ ਹੋ, ਤੁਹਾਡਾ ਮਨ ਇੱਥੇ ਹੈ, ਤੁਹਾਡੀ ਰੂਹ ਇੱਥੇ ਹੈ, ਸਰੀਰਕ ਤੌਰ ਤੇ ਭਾਵੇਂ ਤੁਸੀਂ ਬਟਾਲੇ ਪਹੁੰਚ ਕੇ, ਪਰ ਕਿਉਂ ਸੀ ਇੱਥੇ? ਉਹਦਾ ਕਾਰਨ ਇਹ ਹੈ ਕਿ ਇੰਨਾ ਜ਼ਿਆਦਾ ਤਰਸਨਾਕ ਦਰਦਨਾਕ ਜਿਹੜਾ ਇਹਨਾਂ ਦਾ ਸਿਸਟਮ ਹੈ ਰਹਿਣ ਸਹਿਣ ਦਾ, ਉਹ ਵੇਖ ਕੇ ਮਤਲਬ ਚੈਨ ਨਹੀਂ ਆ ਰਿਹਾ। ਇਹ ਦਰਦ ਨੂੰ ਦੂਰ ਕਰਨ ਵਾਸਤੇ ਤੁਹਾਡੇ ਕੋਲ ਕਿਹੜੀ ਦਵਾ, ਕੀ ਲਗਾਇਆ ਤੁਸੀਂ? ਇਹਦੇ ਲਈ ਦਵਾ ਇਹ ਹੈ ਕਿ ਜਦੋਂ ਸੋਸ਼ਲ ਮੀਡੀਆ ਰਾਹੀਂ ਅਸੀਂ ਇਹ ਵੀਡੀਓ ਪਾਈ, ਉਹ ਪਾਉਣ ਦਾ ਮਕਸਦ ਇਹੀ ਹੁੰਦਾ ਕਿ ਸਮਾਜ ਸੇਵਾ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਤੱਕ ਪਹੁੰਚੇ। ਤੇ ਚੌਥਾ ਥੰਮ ਜਿਹੜਾ ਸਾਡਾ ਪੱਤਰਕਾਰ ਭਰਾ, ਇਹਨਾਂ ਰਾਹੀਂ ਇਹ ਪਹੁੰਚਦੀ ਆ। ਇਹ ਸਭ ਤੋਂ ਮੇਨ ਜਿਹੜਾ ਪੁਆਇੰਟ ਤੇ ਇਹੀ ਹੈ ਕਿ ਪੱਤਰਕਾਰ ਵੀਰਾਂ ਰਾਹੀਂ। ਬਿਲਕੁਲ, ਮੈਂ ਪਰਸਨ, ਇਹ ਤੁਹਾਡਾ ਫਰਜ਼ ਸੀ ਕਿ ਇਹਨਾਂ ਦੀ ਆਵਾਜ਼ ਦੂਰ ਦੁਰਾਡੇ ਤੱਕ ਜਾਵੇ। ਉਹਦੇ ਵਾਸਤੇ ਪੱਤਰਕਾਰ ਜਾਂ ਮੀਡੀਆ ਜਿਹੜਾ ਸਭ ਤੋਂ ਵਧੀਆ ਜਰੀਆ, ਸੋਸ਼ਲ ਮੀਡੀਆ ਸਭ ਤੋਂ ਅਹਿਮ ਕੰਮ। ਮੇਰਾ ਕਹਿਣ ਦਾ ਭਾਵ ਹੈ ਕਿ ਤੁਹਾਡੀ ਰੂਹ ਇੱਥੇ ਹੈ, ਤੁਹਾਡਾ ਮਨ ਇੱਥੇ ਹੈ, ਤੁਹਾਡੀ ਆਤਮਾ ਇੱਥੇ ਹੈ। ਇਹਨਾਂ ਦੀ ਤੁਸੀਂ ਦਰਦ ਦੇਖੇ, ਇਹਨਾਂ ਦੀਆਂ ਤਕਲੀਫਾਂ ਦੇਖੀਆਂ। ਮੈਂ ਇਹ ਪੁੱਛਿਆ ਕਿ ਤੁਸੀਂ ਕਿਸ ਚੀਜ਼ ਦੀ ਮਲਮ, ਜਿੱਦਾਂ ਕਿ ਨਾ ਕਰੋਨਾ ਦੀ ਵੈਕਸੀਨ ਜਿਹੜੀ ਹੈ ਉਹ ਆ ਗਈ ਸੀ, ਕੋਵਿਡ ਵੈਕਸੀਨ ਆ ਗਈ, ਲਗਾ ਦਿੱਤੀ, ਠੀਕ ਹੋ ਰਿਹਾ ਬੰਦਾ। ਇਸ ਪਰਿਵਾਰ ਨੂੰ ਤੁਸੀਂ ਕਿਹੜੀ ਵੈਕਸੀਨ ਲਾਈ, ਮਤਲਬ ਕੀ ਦਿੱਤਾ ਹੈ, ਕੀ ਕੀਤਾ ਹੈ ਜਿਹਦੇ ਨਾਲ ਇਹ ਪਰਿਵਾਰ ਦਾ ਕੋਈ ਦਰਦ ਘਟਿਆ? ਇਸ ਪਰਿਵਾਰ ਦਾ ਦਰਦ ਵੇਖੋ ਜੀ, ਅੱਜ 20,000 ਰੁਪਏ ਰਕਮ ਜਿਹੜੀ ਪੱਖੋਕੇ ਸਾਹਿਬ ਮੇਰੇ ਨਾਲ ਆਏ ਨੇ ਉਹ ਲੈ ਕੇ ਆਏ ਨੇ। ਇਹਨਾਂ ਨੇ ਮੌਕੇ ਦੇ ਉੱਤੇ 20,000, ਪਹਿਲਾਂ ਇਹ 10,000 ਸੋਚਿਆ ਸੀ ਰਸਤੇ 'ਚ ਕਿ ਅਸੀਂ 10,000 ਦੇਵਾਂਗੇ, ਪਰ ਜਦੋਂ ਇਹਨਾਂ ਨੇ ਅੰਦਰ ਦੇ ਹਾਲਾਤ ਆ ਕੇ ਅੰਦਰ ਦੇਖੇ ਹੀ ਅਜੇ, ਤੇ ਅੰਦਰ ਦੇਖਦਿਆਂ ਹੀ ਪੱਖੋਕੇ ਸਾਹਿਬ ਨੇ ਆਵਾਜ਼ ਮਾਰੀ, ਕਹਿੰਦੇ ਵੀ ਤ੍ਰਿਨ ਸਾਹਿਬ ਮੇਰਾ ਦਿਲ ਕਰਦਾ। ਰਾਜਵਿੰਦਰ ਭੈਣ ਜੀ ਨੇ ਵੀ ਕਿਹਾ ਕਿ ਆਪਾਂ ਨਾ 20,000 ਰੁਪਏ ਕਰ ਦਈਏ। ਇਹਨਾਂ ਨੇ 20,000 ਤੇ ਪੱਖੋਕੇ ਵੱਲੋਂ ਹੋ ਗਿਆ। ਤ੍ਰਿਨ ਸਾਹਿਬ ਕੀ ਕਰੇ? ਮੇਰੇ ਵੱਲੋਂ ਵੇਖੋ ਜੀ, ਨਵਤੇਜ ਸਿੰਘ ਗੁੱਗੂ ਨੂੰ ਮੈਂ ਫੋਨ ਲਗਾਇਆ ਸੀ, ਮੇਰਾ ਵੀਰ ਹੈ। ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਦੇ ਇਲਾਜ ਪੱਥਰੀ ਹੈ ਇਹਨਾਂ ਦੇ ਗੁਰਦੇ ਦੇ ਅੰਦਰ, ਤੇ ਉਹ ਪੱਥਰੀ ਦਾ ਇਲਾਜ ਕਰਨਾ ਹੈ। ਤੇ ਉਹ ਕਹਿੰਦੇ ਸੀ ਤ੍ਰਿਨ ਸਾਹਿਬ ਤੁਸੀਂ ਜੋ ਆਪਣੇ ਕੋਲੋਂ ਕਰ ਸਕਦੇ ਹੋਗੇ ਤਾਂ ਕਰ ਲਿਓ, ਬਾਕੀ ਮੈਂ ਵੱਧ ਤੋਂ ਵੱਧ ਆਪਣਾ ਇਲਾਜ ਜਿਹੜਾ ਫ੍ਰੀ ਕਰਾ ਦਾਂਗਾ। ਦਵਾਈਆਂ ਦਾ ਜਿਹੜਾ ਇਲਾਜ ਹੈ ਉਹ ਮੈਂ ਆਪਣੇ ਵੱਲੋਂ ਕਰ ਦਾਂਗਾ ਨਾਲ। ਅੱਛਾ, ਨਹੀਂ ਸਪੋਜ਼ ਮੰਨ ਲਓ ਦਰਸ਼ਕ ਹੈ, ਉਹਨਾਂ ਨੇ ਕਮੈਂਟ ਵੀ ਮਾਰਨੇ, ਪੁੱਛਣਾ ਇੱਕ ਸਵਾਲ ਛੋਟਾ ਜਿਹਾ। ਉਹਨਾਂ ਨੇ ਕਹਿਣਾ ਕਿ ਆਖਿਰ ਤ੍ਰਿਨ ਸਾਹਿਬ ਨੇ ਇਲਾਜ, ਪੈਸੇ ਤਾਂ ਦਿੱਤੇ ਪੱਖੋਕੇ ਸਾਹਿਬ ਨੇ, ਇਲਾਜ ਕਰਤਾ ਗੁੱਗੂ ਨੇ ਜੀ, ਤ੍ਰਿਨ ਸਾਹਿਬ ਨੇ ਕੀ ਕੀਤਾ? ਫਿਰ ਜੀ ਉਹਦੇ ਲਈ ਦਵਾਈਆਂ ਦਾ ਖਰਚਾ ਹੈ। ਉਹ ਕਹਿੰਦੇ ਸੀ ਕਿ ਦਵਾਈਆਂ ਦਾ ਖਰਚਾ, ਮੈਂ ਕਿਹਾ ਦਵਾਈਆਂ ਦਾ ਖਰਚਾ ਮੈਂ ਦੇ ਦੇਵਾਂਗਾ ਆਪਣੇ ਕੋਲੋਂ। ਹਾਂਜੀ ਜੀ ਬਿਲਕੁਲ, ਦਵਾਈਆਂ ਦਾ ਖਰਚਾ, ਰੋਟੀ ਪਾਣੀ ਦਾ ਖਰਚਾ, ਉੱਥੇ ਜੋ ਵੀ ਰਹਿਣ ਸਹਿਣ ਲਈ ਉਹਨਾਂ ਨੂੰ ਕੋਈ ਵੀ ਤੰਗੀ ਪਰੇਸ਼ਾਨੀ ਹੈ ਕਿ ਮੈਂ ਬਟਾਲੇ ਲੋਕਲ ਬੈਠਾ। ਇਹੀ ਕਾਰਨ ਹੈ ਕਿ ਇਹਨਾਂ ਦੀ ਰੂਹ ਇੱਥੇ ਹੈ, ਆਤਮਾ ਇੱਥੇ ਹੈ, ਔਰ ਇਹਨਾਂ ਨੂੰ ਉਨੀ ਦੇਰ ਚੈਨ ਨਹੀਂ ਪਏਗਾ ਜਦ ਤੱਕ ਇਲਾਜ ਨਹੀਂ ਹੋਏਗਾ, ਉਹਦਾ ਇਲਾਜ ਨਹੀਂ ਹੋਏਗਾ। ਔਰ ਵੱਧ ਤੋਂ ਵੱਧ ਆਪਾਂ ਇਹ ਜਿਹੜੀ ਸੋਸ਼ਲ ਮੀਡੀਆ ਰਾਹੀਂ ਵੀਡੀਓ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਤਾਂ ਕਿ ਹੋਰ ਵੀ ਸਮਾਜ ਸੇਵੀ ਆਉਣ, ਤਾਂ ਕਿ ਇਹ ਜਿਹੜੀ ਛੱਤ ਹੈ, ਇਹ ਛੱਤ 20,000 ਨਾਲ ਬੜੀ ਵੱਡੀ ਇੱਕ ਰਕਮ ਉਹਨਾਂ ਨੇ ਜਿਹੜੀ ਦਿੱਤੀ ਹੈ ਪੱਖੋਕੇ ਸਾਹਿਬ ਨੇ। ਇਸੇ ਤਰ੍ਹਾਂ ਹੋਰ ਵੀ ਆਈ ਜਾਣਗੇ ਸਮਾਜ ਸੇਵੀ। ਇੱਕ ਰਾਜਸਥਾਨੋਂ ਫੋਨ ਆਇਆ, ਉਹ ਵੀ ਉਹਨਾਂ ਦੇ ਨਾਲ ਮੈਂ ਕੱਲ ਆਣਾ, ਉਹ ਵੀ ਕੁਛ ਨਾ ਕੁਛ ਆਪਣੀ ਜੋ ਸ਼ਰਧਾ ਨਾਲ ਕਰਕੇ ਜਾਣਗੇ। ਮਤਲਬ ਇਹ ਲੈਂਟਰ ਪਵਾ ਕੇ ਤੇ ਇਲਾਜ ਕਰਾ ਕੇ, ਮੇਰਾ ਮਨ ਦਾ ਇਹ ਟੀਚਾ ਹੈ, ਚਾਹੇ ਕਿਸੇ ਵੀ ਤਰੀਕੇ ਨਾਲ ਕੀਤਾ ਜਾਏ, ਕਿਸੇ ਉਪਰਾਲੇ ਨਾਲ ਕੀਤਾ ਜਾਵੇ, ਇਸ ਗਰੀਬ ਪਰਿਵਾਰ ਨੂੰ ਲੈਂਟਰ ਮਿਲ ਜੇ, ਛੱਤ ਮਿਲ ਜੇ ਤੇ ਇਹਨਾਂ ਦਾ ਇਲਾਜ ਫ੍ਰੀ ਹੋ ਜੇ, ਤੇ ਬਸ ਇਹ ਪਰਮਾਤਮਾ ਅੱਗੇ ਲੱਗਣਾ ਬਹੁਤ ਔਖਾ ਹੁੰਦਾ। ਸੋ ਆਪਣੇ ਲਈ ਤੇ ਹਰ ਕੋਈ ਮੰਗ ਲੈਂਦਾ, ਕਿਸੇ ਲਈ ਮੰਗਣਾ ਵੀ ਬਹੁਤ ਔਖਾ ਹੁੰਦਾ। ਸੋ ਵਿਜੇ ਤ੍ਰਿਨ ਅੱਗੇ ਲੱਗੇ ਨੇ, ਗੱਲ ਕਰ ਰਹੇ ਨੇ, ਜਿੰਨੇ ਵੀ ਸਮਾਜ ਸੇਵੀ ਆ ਰਹੇ ਨੇ ਉਹਨਾਂ ਨੂੰ ਲੈ ਕੇ ਇੱਥੇ ਪਹੁੰਚ ਰਹੇ ਨੇ, ਸੇਵਾ ਵੀ ਕਰ ਰਹੇ ਨੇ। ਬਹੁਤ ਵੱਡਾ ਉਪਰਾਲਾ ਇਹਨਾਂ ਦਾ। ਸੋ ਮੇਰੇ ਨਾਲ ਭੈਣ ਜੀ ਵੀ ਨੇ ਔਰ ਮੇਰੇ ਨਾਲ ਪੱਖੋਕੇ ਸਾਹਿਬ ਵੀ ਨੇ। ਪੱਖੋਕੇ ਸਾਹਿਬ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। कबीरा जब हम जन्मे जग हंसे हम रोए, ऐसी करनी कर चलो हम हंसे जग। ਇਹ ਤਾਂ ਇਹ ਜਿਹੜੀਆਂ ਲਾਈਨਾਂ ਨੇ ਇਹ ਤੇ ਮਹਾਂਪੁਰਖਾਂ ਸੇਵਾਦਾਰਾਂ ਦੇ ਹਿੱਸੇ ਹੀ ਆਈਆਂ ਨੇ, ਹੋਰ ਤੇ ਕਿਸੇ ਦੇ ਸ਼ਾਹੂਕਾਰ ਦੇ ਹਿੱਸੇ ਤੇ ਨਹੀਂ ਆਈ। ਬਿਲਕੁਲ ਸਹੀ ਗੱਲ ਆ ਰਿਸ਼ਪਾਲ ਭਾਜੀ, ਸੇਵਾ ਸਤਿਗੁਰੂ ਬਖਸ਼ੇ ਤੇ ਹੁੰਦੀ ਆ, ਨਹੀਂ ਤੇ ਬੜੇ ਸਮਰੱਥ ਲੋਕ ਬੈਠੇ ਆ, ਕਰੋੜਾਪਤੀ ਬੈਠੇ ਆ, ਸਮਾਂ ਹੀ ਨਹੀਂ ਹੈਗਾ। ਹੁਣ ਸਾਡੇ ਕੋਲ ਸੰਗਤ ਲੱਖਾਂ ਕਰੋੜਾਂ ਰੁਪਈਏ ਵੀ ਭੇਜਦੀ ਆ ਤੇ ਸਾਨੂੰ ਸਮਾਂ ਵੀ ਸਤਿਗੁਰੂ ਨੇ ਬਖਸ਼ਿਆ ਤੇ ਅਸੀਂ ਇਹਨਾਂ ਲੋਕਾਂ ਦੇ ਦਰਦ ਵੰਡਾਉਣ ਲਈ ਕਹਿ ਲਓ ਯਥਾ ਸੰਭਵ ਕੋਸ਼ਿਸ਼ ਕਰਦੇ ਆ। ਜਦੋਂ ਇਹ ਵੀਡੀਓ ਵੇਖੀ 8 ਘੰਟੇ ਦੀ ਦਿਹਾੜੀ, 10 ਸਾਲ ਦੀ ਉਮਰ, 15 ਰੁਪਏ ਆਮਦਨ, ਸੌਣ ਨਹੀਂ ਦਿੱਤਾ। ਬਿਲਕੁਲ ਹੈ ਜੀ, ਬਿਲਕੁਲ ਮੈਂ ਕਹਾਂਗਾ ਕੈਮਰਾ ਜਰਾ ਕਲੋਜ਼ ਕਰ ਦਿਓ। ਸੋ ਇਹ ਹੁੰਦਾ ਹੈ ਮੋਮ ਦਿਲ, ਇਹਨੂੰ ਕਹਿੰਦੇ ਨੇ ਮਹਾਂਪੁਰਖਾਂ ਵਾਲੀ ਭਾਵਨਾ। ਸੋ ਦਰਦ ਕਿਸੇ ਦਾ ਹੈ ਤੇ ਮਹਿਸੂਸ ਕਿਤੇ ਹੋ ਰਿਹਾ ਹੈ, ਹੰਝੂ ਕਿਸੇ ਦੇ ਨਿਕਲ ਰਹੇ ਨੇ, ਪਰ ਇਹ ਹੁੰਦੀ ਹੈ ਸੱਚੀ ਸੇਵਾ, ਸੱਚੀ ਸ਼ਰਧਾ ਜੀ। ਕੋਈ ਬਸ ਸਤਿਗੁਰੂ ਜੀ ਨੇ ਸੇਵਾ ਲਈ ਆ ਜੀ। ਮੇਰੇ ਇੱਕ ਮਿੱਤਰ ਨੇ ਮਹਿਮਾ ਸਿੰਘ ਚੰਡੀਗੜ੍ਹ, ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਕੁਦਰਤੀ ਬਟਾਲੇ ਸੀਗਾ, ਕਹਿੰਦੇ ਬਲਵਿੰਦਰ ਸਿੰਘ ਮੈਂ 10,000 ਰੁਪਇਆ ਤੇਰੇ ਅਕਾਊਂਟ 'ਚ ਪਾ ਰਿਹਾ, ਉਹ ਕੱਲੂ ਸੋਲ ਹੋਣੇ ਪਹੁੰਚ। ਅਸੀਂ ਉਸੇ ਵੇਲੇ ਮੈਂ ਭੈਣ ਜੀ ਨੂੰ ਨਾਲ ਲਿਆ ਵੀ ਚਲੋ ਆਪਾਂ ਪਿੰਡ ਚੱਲਦੇ ਹਾਂ। ਅਸੀਂ ਇੱਥੇ ਪਹੁੰਚ ਗਏ। 10,000 ਰੁਪਇਆ ਤੁਹਾਨੂੰ ਪਤਾ ਕਿ ਮੇਰੇ ਕੋਲ ਇੱਕ ਅਧਿਕਾਰਤ ਹੁੰਦਾ ਵਾ ਵੀ ਮੈਂ 10,000 ਕਿਸੇ ਨੂੰ ਵੀ ਇਮੀਡੀਏਟ ਦੇ ਸਕਣਾ, ਕਿਉਂਕਿ ਉਧਰੋਂ ਚੰਡੀਗੜ੍ਹ ਤੋਂ ਸੇਵਾ ਉਹਨਾਂ ਨੇ ਕਹਿਤੀ ਸੀ। ਉਹ ਇਸ ਤਰ੍ਹਾਂ ਦੇ ਮਿੱਤਰ ਨੇ ਵੀ ਅਜੇ ਆਈ ਮੇਰੇ ਅਕਾਊਂਟ 'ਚ ਜਾਂ ਨਹੀਂ, ਇਹ ਡਜ਼ਨਟ ਮੈਟਰ ਆ ਜਾਣੀ ਆ। ਮੈਂ 10,000 ਰੁਪਇਆ ਦੇਣ ਦਾ ਮਨ ਬਣਾ ਕੇ ਇੱਥੇ ਆ ਗਿਆ। ਇੱਥੇ ਆ ਕੇ ਜਦੋਂ ਮੈਂ ਹਾਲਾਤ ਵੇਖੇ ਨੇ ਰਿਸ਼ਪਾਲ ਜੀ, ਵੀ ਤੁਸੀਂ ਵੀ ਸ਼ਾਟ ਲੈ ਰਹੇ ਸੀ ਇਸ ਤਰਪਾਲ ਦੇ ਥੱਲੇ, ਤੇ ਮੈਨੂੰ ਲੱਗਦਾ ਕਿ ਸ਼ਾਟ ਲੈਂਦਿਆਂ ਵੀ ਜਾਨ ਨਿਕਲਦੀ ਹੋਣੀ ਆ, ਇੰਨੀ ਗਰਮੀ 'ਚ ਇੰਨੀ ਤਪਣ ਲਈ ਤਰਪਾਲ। ਤੇ ਨਿੱਕੇ ਨਿੱਕੇ ਉਹ ਬੱਚੇ ਨੇ 8-10 ਸਾਲ ਦੇ, ਤੇ ਉਹ 3 ਬੱਚੇ ਆ। ਔਰ ਸਭ ਤੋਂ ਵੱਡੀ ਗੱਲ ਕਿ ਇੰਨੀ ਗੁਰਬਤ ਦੇ ਵਿੱਚ ਵੀ ਗੁਰਸਿੱਖੀ ਸੰਭੀ ਆ। ਇਹ ਇੱਕ ਬੜੀ ਦਿਲ ਟੁੰਬਵੀਂ ਗੱਲ ਸੀ। ਮੇਰਾ ਇੱਕ ਸਵਾਲ ਹੈ ਕਿ ਜਿੰਨਾ ਸਿੱਖੀ ਸਾਂਭੀ ਹੈ ਤੇ ਸਿੱਖੀ ਦੇ ਠੇਕੇਦਾਰ, ਪੰਥ ਦੇ ਠੇਕੇਦਾਰ ਉਹ ਚੁੱਪ ਕਿਉਂ ਨੇ? ਅਸਲ ਦੇ ਵਿੱਚ ਨਾ ਇਹ ਤੁਹਾਨੂੰ ਭਰਮਿਆ ਕਿ ਉਹ ਗੁਰਸਿੱਖ ਨੇ, ਉਹ ਪੰਥਕ ਮਖੌਟਾ ਵਾ ਉਹਨਾਂ ਕੋਲ, ਉਹ ਗੁਰੂ ਦੇ ਸਿੱਖ ਨਹੀਂ ਗੇ। ਉਹ ਤੇ ਜੋਕਾਂ ਨੇ ਗੁਰੂ ਘਰ ਦੇ ਵਿੱਚ ਲੱਗੀਆਂ ਹੋਈਆਂ ਜਿਹੜੀਆਂ ਚੂਸ ਰਹੀਆਂ ਨੇ, ਉਹ ਸ਼ਾਇਦ ਉਹਨਾਂ ਦੇ ਕੋਈ ਪੂਰਬਲੇ ਕਰਮ ਨੇ, ਸੱਚੇ ਪਾਤਸ਼ਾਹ ਨੇ ਆਪ ਹੀ ਛੱਡੇ ਨੇ ਭਈ ਪੀ ਲਓ ਖੂਨ ਜਿੰਨਾ ਕੁ ਪੀ ਸਕਦੇ ਹੋ ਸੰਗਤ ਦਾ, ਜੋ ਖਾ ਸਕਦੇ ਹੋ ਖਾ ਲਓ। ਤੁਸੀਂ ਇੱਥੇ ਪਹੁੰਚੇ, ਹਾਂਜੀ ਮੈਂ ਦੇਖਿਆ ਸੀਗਾ ਪਾਟੇ ਪੁਰਾਣੇ ਕੱਪੜੇ ਟੰਗੇ ਹੋਏ ਦੇਖੇ, ਬਿਲਕੁਲ ਠੀਕ, ਕਿਤੇ ਅੰਦਰ ਅਨਾਜ ਨਾਂ ਦੀ ਚੀਜ਼ ਨਹੀਂ ਹੈਗੀ। ਬਿਲਕੁਲ ਠੀਕ। ਪਾਣੀ ਬਾਹਰੋਂ ਲੈ ਰਹੇ ਨੇ, ਨਲਕਾ ਸੁੱਕਾ ਪਿਆ, ਸਾਹ ਸੁੱਕੇ ਪਏ ਨੇ, ਢਿੱਡ ਇਹਨਾਂ ਦਾ ਭੁੱਖਾ ਪਿਆ, ਨਿਵਾਲਾ ਅੰਦਰ ਨਹੀਂ ਗਿਆ। ਮਾਸੂਮ ਬੱਚਿਆਂ ਦਾ ਜਿਗਰਾ ਮੈਂ ਦੇਖਿਆ, ਹੈਰਾਨ ਰਹਿ ਗਿਆ। ਉਹ ਕਹਿੰਦੇ ਨੇ ਕਿ ਸਾਡੀ ਮੰਮੀ ਸਾਨੂੰ ਮਨਪਸੰਦ ਸਾਡੀ ਮਰਜ਼ੀ ਦਾ ਸਾਨੂੰ ਖਵਾਉਂਦੀ ਹੈ। ਕਿੱਡਾ ਵੱਡਾ ਜਿਗਰਾ, ਮਾਂ ਫਿਰ ਹੁੰਦੀ ਹੈ ਨਾ, ਇਸੇ ਕਰਕੇ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ। ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਕਲੀਅਰ ਕਰਦੇ ਹਾਂ ਕਿ ਇਹਨਾਂ ਦੇ 3 ਬੱਚੇ ਜਿਹੜੇ ਗੁਰਸਿੱਖ ਨੇ, ਇਹਨਾਂ ਦੀ ਪੂਰੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਨੇ ਲੈ ਲਈ ਆ। ਇਹ ਜਿੰਨਾ ਵੀ ਪੜ੍ਹਨਾ ਚਾਹਣ, ਯੂਨੀਵਰਸਿਟੀ ਪੱਧਰ ਦੀ, ਵਿਦੇਸ਼ 'ਚ ਵੀ ਜਾ ਕੇ ਪੜ੍ਹਨਾ ਚਾਹਣਗੇ ਤੇ ਤਾਂ ਵੀ ਸਾਡੀ ਸੰਸਥਾ ਇਹਨਾਂ ਦੇ ਨਾਲ ਖੜੀ ਆ। ਇਹਨਾਂ ਬੱਚਿਆਂ ਨੂੰ ਇੰਨਾ ਪੜ੍ਹਾਉਣਾ ਚਾਹੁੰਦੇ ਆ ਕਿ ਗੁਰਬਤ ਦੀ ਮੈਲ ਧੋ ਦੇਣ। ਔਰ ਇਸ ਪਿੰਡ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਦੁਖਦਾਈ ਗੱਲ ਆ ਕਿ ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਸਾਡੀ ਗੁਰੂ ਘਰ 'ਚ ਬੇਨਤੀ ਕਰ ਦਿਓ ਤੇ ਕੁਝ ਪਿੰਡ ਦੇ ਲੋਕ ਇਕੱਠੇ ਕਰਕੇ ਸਾਡੀ ਮਦਦ ਕਰ ਦੇਣ ਤੇ ਅਸੀਂ ਛੱਤ ਬਣਾ ਲਈਏ, ਪਰ ਇਨਕਾਰ ਕਰ ਦਿੱਤਾ ਗਿਆ। ਪਰ ਅਨਾਉਂਸਮੈਂਟ ਗੁਰੂ ਘਰ ਦੇ ਵਿੱਚ ਬੇਸ਼ੱਕ ਹੋਈ ਜਾਂ ਨਹੀਂ ਹੋਈ, ਗੁਰੂ ਦੇ ਕੋਲ ਹੋ ਗਈ। ਉਹਨਾਂ ਨੇ ਸਾਨੂੰ ਹੁਕਮ ਲਾਇਆ, ਅਸੀਂ ਪਹੁੰਚ ਗਏ। ਹੋਰ ਬੜੇ ਗੁਰਮੁਖ ਪਿਆਰੇ ਪਹੁੰਚੇ ਆ ਤੇ ਗਾਂ ਪਹੁੰਚਣਗੇ। ਤੁਸੀਂ ਪਹੁੰਚ ਗਏ ਹੋ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੋਰ ਪਤਾ ਨਹੀਂ ਕਿੰਨੇ ਲੋਕ ਆਉਣੇ ਆ। ਜੀ ਜੀ ਬਿਲਕੁਲ ਬਿਲਕੁਲ। ਔਰ ਅਸੀਂ ਇਹ ਵੀ ਤੁਹਾਨੂੰ ਭਰੋਸਾ ਦਿਵਾਉਂਦੇ ਜੀ, ਸਾਡੇ ਚੈਨਲ ਦੇ ਨਾਲ NRI ਏਡ ਜੋ ਸਾਡੀ ਸੰਸਥਾ ਕੰਮ ਕਰਦੀ ਹੈ, ਜੀ ਜੀ, ਉਹ ਸੰਸਥਾ ਵੀ, ਉਹਦੇ ਦਾਨੀ ਵੀਰ ਵੀ ਇਸ ਪਰਿਵਾਰ ਦੇ ਲਈ ਖੁੱਲੇ ਦਿਲ ਦੇ ਨਾਲ ਸੇਵਾ ਕਰਨਗੇ। ਬਹੁਤ ਵੱਡੀ ਸੇਵਾ ਜਿਹੜੀ ਹੈ NRI ਏਡ ਵੀ ਕਰੇਗੀ। ਬਹੁਤ ਵਧੀਆ। ਅਸੀਂ ਚਾਹਾਂਗੇ ਰਲ ਮਿਲ ਕੇ ਇਹ ਛੱਤ ਬਣਾਈਏ ਕਿ ਹੋਰ ਸੰਸਥਾਵਾਂ ਜਿਹੜੀਆਂ ਆਉਣਗੀਆਂ ਉਹਨਾਂ ਦਾ ਵੀ ਸਵਾਗਤ ਹੈ। ਅੱਜ 20,000 ਦੇ ਕੇ ਇਹਨਾਂ ਨੂੰ ਅਸੀਂ ਬੇਨਤੀ ਕਰਤੀ ਵੀ ਇਹ ਟਸਟਾ ਦਿਓ। ਸਾਡਾ ਅੱਜ ਤੋਂ ਸਮਝੋ ਵੀ ਨੀਂਹ ਪੱਥਰ ਹੋ ਗਿਆ ਜੀ। ਜੀ ਬਿਲਕੁਲ, ਨੀਂਹ ਪੱਥਰ ਅੱਜ ਰੱਖਿਆ ਗਿਆ, ਮਾਇਆ ਇਹਨਾਂ ਨੂੰ ਦੇ ਦਿੱਤੀ ਗਈ ਹੈ। ਪਰ ਮੈਂ ਪੱਖੋ ਕੇ ਸਾਹਿਬ, ਮੈਂ ਕਈ ਦਾਨ ਵਾਲੀਆਂ ਜਗ੍ਹਾ ਦੇ ਉੱਤੇ ਦੇਖਿਆ, ਕਈ ਕੁਝ ਹੁੰਦਾ ਦੇਖਿਆ, ਪਰ ਮੈਂ ਇੱਕ ਚੀਜ਼ ਜਿਹੜਾ ਪਰਦੇ ਵਾਲਾ ਸਵਾਲ ਜਿਹਾ ਵਾ ਕਈ ਵਾਰੀ ਕਰ ਦੇਣਾ ਬਿਹਤਰ ਹੁੰਦਾ, ਮਨ 'ਚ ਨਾ ਰਵੇ। ਇਹ ਪਰਿਵਾਰ ਹੈ, ਇਹ ਕਿਤੇ ਕੱਲ ਨੂੰ ਆਲਸੀ ਨਾ ਹੋ ਜੇ, ਲਾਲਚੀ ਨਾ ਹੋ ਜੇ। ਆਪਾਂ ਛੱਤ ਵੀ ਪਾ ਦਿੰਦੇ ਆ, ਫਿਰ ਮੋਟਰਸਾਈਕਲ ਮੰਗਣ ਡੈ ਪੈਣਗੇ, ਫਿਰ ਕੋਈ ਚੀਜ਼ ਮੰਗਣ ਡੈ ਪੈਣਗੇ, ਫਿਰ ਕੋਈ ਵਧੀਆ ਵਧੀਆ ਹੋਰ ਕੋਈ ਚੀਜ਼, ਕੋਈ ਟੌਪ ਦੀ ਘੜੀ ਵੀ ਮੰਗਣ ਡੈ ਪੈਣ। ਇਹਨਾਂ ਨੂੰ ਪਤਾ ਲੱਗ ਜੇ ਕਿ ਹੁਣ NRI ਜਿਹੜੇ ਨੇ ਜਾਂ ਬਾਹਰ ਦੇ ਜਿਹੜਾ ਦਾਨ ਹੈ, ਆਉਣਾ ਤੇ ਦਾਨ ਹੀ ਹੈ। ਹੁਣ ਇਹ ਬੰਦਾ ਅਸੀਂ ਤੰਦਰੁਸਤ ਕਰਕੇ, ਪਹਿਲਾਂ ਸਾਡਾ ਕੰਮ ਹੈ ਕਿ ਕਮਰਾ ਪਾ ਦਿਓ, ਤੰਦਰੁਸਤ ਹੋ ਜਾਵੇ, ਬੱਚੇ ਪੜ ਜਾਣ,
ਸਕੂਲ ਦੇ ਵਿੱਚ ਹੀ ਅਸੀਂ ਫੀਸ ਦੇਣੀ ਹੈ, ਹੱਥ ਦੇ ਉੱਤੇ ਤਾਂ ਅਸੀਂ ਕੁਝ ਰੱਖਣਾ ਨਹੀਂ ਜਿਹਦੇ ਕਰਕੇ ਪੈਸੇ ਦੀ ਦੁਰਵਰਤੋਂ ਨਾ ਹੋਵੇ। ਕਿ ਤੁਹਾਨੂੰ ਲੱਗਦਾ ਜੀ ਵੀ ਇਹ ਕਿੱਦਾਂ ਬਚਾਵਾਂਗੇ, ਮਨ ਲਾਲਚ ਨਾ ਕਰੇ, ਉਹ ਕਿੱਦਾਂ ਬਚਾਵਾਂਗੇ? ਇਹ ਗੱਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਬਹੁਤ ਸਾਰੇ ਪਰਿਵਾਰ ਮੈਂ ਵੇਖੇ ਆ ਜਿਨ੍ਹਾਂ ਦੀ ਮਦਦ ਦਾ ਜਦੋਂ ਹੋਕਾ ਦੇ ਦੀਦਾ ਨਾ, ਉਹਨਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਲੱਖ ਕੁ ਰੁਪਈਆ ਮਿਲ ਜੇ ਤੇ ਸਾਡੇ ਮਸਲੇ ਹੱਲ ਹੋ ਜਾਣਗੇ। ਉੱਥੇ ਜਦੋਂ 10 ਲੱਖ ਆ ਜਾਂਦਾ ਨਾ ਤਾਂ ਵੀ ਨਹੀਂ ਰੱਜਦੇ, ਤੇ ਤਾਂ ਵੀ ਨਹੀਂ ਰੱਜਦੇ। ਫੇਰ ਉਹ ਗੱਲ, ਇਹ ਗੱਲ ਸੱਚ ਆ ਤੁਹਾਡੀ। ਇੱਥੇ ਇਹ ਰਕਸ਼ਾ ਪਾਉਂਦਾ ਰਿਹਾ ਵੀਰ। ਠੀਕ ਹੈ, ਅਸੀਂ ਸਭ ਤੋਂ ਪ੍ਰਾਇੋਰਟੀ ਆ ਇਹਨਾਂ ਦੀ ਛੱਤ ਬਣਾ ਦਈਏ। ਠੀਕ ਹੈ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਅਮਾਉਂਟ ਦੇ ਕੇ ਤੇ ਇੱਕ ਈ ਰਿਕਸ਼ਾ ਇਹਨੂੰ ਲੈ ਦਾਂਗੇ, ਵਾਹ, ਤੇ ਇਹ ਜਿਹੜਾ ਫਿਰ ਉਹਦੀ ਕਿਸ਼ਤ ਆਪ ਤਾਰੇਗਾ। ਇਹਨੂੰ ਫਿਕਰ ਹੋਏਗਾ ਕਿ ਕਿਸ਼ਤ ਮੈਂ ਤਾਰਨੀ ਆ, ਫਿਰ ਇਹ ਮਿਹਨਤ ਕਰੇਗਾ, ਉਹਦੇ ਨਾਲ ਆਰਾਮ ਨਾਲ ਵੀ ਰਹੇਗਾ। ਵੀ ਕੋਈ ਬਹੁਤੇ ਪੈਰ ਵੀ ਨਹੀਂ ਮਾਰਨੇ ਪੈਣੇ, ਉਹਦੇ 'ਚ ਪੈਟਰੋਲ ਵੀ ਨਹੀਂ ਫੂਕਣਾ ਪੈਣਾ। ਠੀਕ ਹੈ। ਤੁਸੀਂ ਵੀ ਕਾਫੀ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵੀ ਕੰਮ ਕਰ ਰਹੇ ਹੋ, ਲੋਕਾਂ ਦੇ ਕੰਮ ਕਰ ਰਹੇ। ਸੋ ਅੱਜ ਦੇ ਇਸ ਭਾਵੁਕ ਜਿਹੇ ਮਾਹੌਲ 'ਚ ਆਣ ਕੇ ਮੈਂ ਉਦੋਂ ਦਾ ਦੇਖ ਰਿਹਾ, ਤੁਹਾਡੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕੇ, ਕਾਫੀ ਭਾਵੁਕ ਦਿਖਾਈ ਦੇ ਰਹੇ ਸੀਗੇ। ਗੁਰਬਤ ਤੇ ਗਰੀਬੀ ਕੀ ਹੁੰਦੀ ਆ, ਮੈਂ ਸਾਕਸ਼ਾਤ ਵੇਖੀ ਇੱਥੇ ਆ ਕੇ। ਇੱਕ ਬੱਚੇ ਦੇ ਪੈਰ 'ਚ ਚੱਪਲਾਂ ਹੈਗੀਆਂ, ਉਹ ਵੀ ਟੁੱਟੀਆਂ ਹੋਈਆਂ, ਅੱਧ ਤੋਂ ਅੱਡੀ ਤੋਂ ਪਾਟੀਆਂ ਹੋਈਆਂ, ਔਰ ਦੋਵਾਂ ਦੇ ਪੈਰਾਂ 'ਚ ਉਹ ਵੀ ਨਹੀਂ ਹੈਗੀਆਂ, ਔਰ 1 ਕਿਲੋ ਆਟਾ ਤੱਕ ਨਹੀਂ ਹੈਗਾ ਇੱਥੇ। ਮੈਂ ਬਿਲਕੁਲ ਮਤਲਬ ਜਦੋਂ ਅਸੀਂ ਆਏ ਸੀ ਦੋਨੋਂ ਭੈਣ ਭਰਾ, ਮੈਂ ਤੇ ਬਲਵਿੰਦਰ ਸਿੰਘ ਪੱਖੋਗੇ, ਇਹਨਾਂ ਨੇ ਮੈਨੂੰ ਕਿਹਾ ਭੈਣ ਜੀ ਅਸੀਂ ਉੱਥੇ ਜਾਣਾ ਹੈ। ਜਦੋਂ ਅਸੀਂ ਇੱਥੇ ਆਏ ਸੀ, ਅਸੀਂ ਇਹ ਮਨ ਬਣਾ ਕੇ ਆਏ ਸੀ ਵੀ 10,000 ਰੁਪਇਆ ਦੇ ਕੇ ਆਣਾ। ਜਦੋਂ ਇੱਥੇ ਆਏ ਵੀਰ ਜੀ ਦਾ ਮਨ ਬਦਲ ਗਿਆ। ਜਦੋਂ ਮਨ ਬਦਲ ਜਾਂਦਾ, ਇਹ ਜਦੋਂ ਮਨ ਬਦਲ ਜਾਏ ਨਾ, ਨਹੀਂ ਬਰਦਾਸ਼ਤ ਕਰ ਸਕਦਾ। ਫਿਰ ਮੈਨੂੰ ਕਹਿੰਦੇ ਅਸੀਂ 20,000 ਰੁਪਇਆ ਦੇਣਾ। ਮੈਂ ਕਿ ਤੁਹਾਡੀ ਖੁਸ਼ੀ ਆ, ਦੇਣੇ ਤੇ ਤੁਸੀਂ ਆ। ਠੀਕ ਹੈ। ਹਨਾ, ਚਲੋ ਅੱਜ ਸ਼ੁਰੂਆਤ ਕੀਤੀ ਆ, ਇੱਕ ਨੀਂਹ ਰੱਖੀ ਆ ਕਿ ਇਹਨਾਂ ਦਾ ਮਕਾਨ ਬਣ ਜੇ। ਅੱਗੇ ਥੋੜਾ ਬਹੁਤ ਕੋਸ਼ਿਸ਼ ਕਰਾਂਗੇ, ਕਦੀ ਇਹਨਾਂ ਨੂੰ ਪੱਖਾ ਲੈ ਕੇ ਦੇ ਦਿੱਤਾ, ਕਦੀ ਇਹਨਾਂ ਨੂੰ ਕੁਛ, ਜਿਹੜੀ ਗੱਲ ਤੁਸੀਂ ਕਹੀ, ਲਾਲਚ ਨਾ ਆਉਣ ਦਿਓ, ਲਾਲਚ ਨਾ ਆਵੇ। ਲਾਲਚ ਨਾ। ਠੀਕ ਆ। ਇੱਕ ਗੱਲ ਮੈਂ ਵੀ ਕਹਿਣਾ ਚਾਹਾਂਗਾ ਰਿਸ਼ਪਾਲ ਭਾਜੀ, ਮੈਨੂੰ ਪਤਾ ਲੱਗਾ ਕਿ ਇਸ ਹਲਕੇ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ, ਅੱਛਾ ਜੀ। ਉਹਨਾਂ ਡੀਐਸਪੀ ਦੀ ਨੌਕਰੀ ਨੂੰ ਲੱਤ ਮਾਰੀ ਆ ਉਹਨਾਂ ਦੇ ਬੇਟੇ ਲਈ। ਹਾਂ ਹਾਂ, ਬੜੀ ਵੱਡੀ ਗੱਲ ਆ। ਅੱਜ ਡੀਐਸਪੀ ਕਰਾਉਣਾ ਹੋਏ ਨਾ ਭਰਤੀ, ਤੇ 50 ਲੱਖ ਕਰੋੜ ਰੁਪਈਆ ਵੀ ਚੱਲਦਾ, ਸਾਰੀ ਦੁਨੀਆ ਨੂੰ ਪਤਾ। ਜੇ ਕਰੋੜ ਰੁਪਈਏ ਦੀ ਨੌਕਰੀ ਨੂੰ ਲੱਤ ਮਾਰਤੀ ਆ, ਤੇ ਫਤਿਹਜੰਗ ਬਾਜਵਾ ਜੀ, ਆ ਤੁਹਾਡੇ ਹਲਕੇ ਦਾ ਪਿੰਡ ਜੇ, ਮਾਰੋ ਲੱਤ ਇੱਕ ਬੰਡਲ ਨੂੰ, 2-2000 ਵਾਲੇ ਨੂੰ, ਤੇ ਛੱਤ ਬਣ ਜਾਣੀ ਜੇ। ਤੇ ਛੱਤ ਤੇ ਅਸੀਂ ਬਣਾ ਦੇਣੀ ਆ। ਅਸੀਂ, ਮੈਂ ਮਾਫੀ ਚਾਹੁੰਦਾ, ਮੈਂ ਅਸੀਂ ਸ਼ਬਦ ਵਰਤਿਆ, ਛੱਤ ਤੇ ਸੰਗਤ ਨੇ ਬਣਾ ਦੇਣੀ ਆ। ਤੁਸੀਂ ਆ ਜਾਓ, ਇਸ ਵਹਿੰਦੀ ਗੰਗਾ 'ਚ ਹੱਥ ਧੋ ਲਓ। ਇਹ ਜਿਹੜੇ ਲੀਡਰ ਮਿਹਣਾ ਬਣ ਜੂ ਸਾਰੀ ਉਮਰ ਲਈ। ਇਹ ਜਿਹੜੇ ਲੀਡਰ ਨੇ ਨਾ, ਹਾਂਜੀ, ਵੋਟਾਂ ਮੰਗਣ ਲੱਗੇ ਨਹੀਂ ਸੰਗਦੇ, ਉਦੋਂ ਜਿਹਦੇ ਗਾੜੀ ਮਰਜ਼ੀ ਹੱਥ ਡਾ ਦਿੰਦੇ ਨੇ। ਨਾ ਉਦੋਂ ਤੇ ਪੈਂਦਾ ਲਾ ਕੇ ਬਹਿੰਦੇ ਆ। ਕਿਸੇ ਵਾਸਤੇ ਮੰਗਣਾ ਹੋਵੇ ਫੇਰ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ। ਮੈਂ ਕਿਹਾ ਇੱਥੇ ਆਣ ਕੇ ਖੁਸ਼ੀ ਪਈ, ਇਹਨਾਂ ਦੇ ਘਰ ਦਾ ਪਾਣੀ ਪੀਣਾ ਪਸੰਦ ਨਾ ਕਰਨ। ਵੋਟਾਂ ਆ ਗਈਆਂ ਜੇ ਪੈਂਦ ਵਾਲੇ ਪਾਸੇ ਨਾ ਬਹਿਣਗੇ, ਆਖਿਓ। ਮੈਂ ਕਿਹਾ ਉਹ ਵੇਖਿਓ ਤੁਸੀਂ, ਉਹਨਾਂ ਨੂੰ ਆ ਵੀ ਲੈਂਟਰ ਲੱਗਣੀ ਤਰਪਾਲ। ਆਹੋ ਬਿਲਕੁਲ, ਉਹਨਾਂ ਨੇ ਆਖਣਾ ਸਾਨੂੰ ਇੱਥੇ ਠੰਡ ਹੀ ਬੜੀ ਪੈਣ ਡਈ ਆ। ਸਹੀ ਗੱਲ, ਏਸੀ ਵਰਗੀ ਹਵਾ ਆਉਂਦੀ ਹੈ। ਆਹੋ ਇਸ ਤਰ੍ਹਾਂ ਹੀ ਹੁੰਦਾ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸੋ ਇਹ ਗੱਲ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ, ਹੁਣੇ ਭੈਣ ਜੀ ਉਹਨਾਂ ਨੇ ਇੱਕ ਗੱਲ ਕਹੀ ਹੈ। ਸੋ ਗੱਲ ਦੇ ਵਿੱਚੋਂ ਮੇਰੇ ਮਨ ਨੂੰ ਉਹ ਗੱਲ ਟੁੰਬ ਜੀ ਗਈ ਹੈ ਥੋੜੀ ਜੀ। ਇੱਟਾਂ ਆ ਜਾਣਗੀਆਂ, ਨੀਆਂ ਪੁੱਟੀਆਂ ਜਾਣਗੀਆਂ, ਮਕਾਨ ਬਣ ਜਾਏਗਾ, ਪਰ ਇੱਕ ਜਿਹੜੀ ਨਿਵਾਲਾ ਹੈ ਨਾ, ਜਿੱਦਾਂ ਲੱਗਾ ਕਿ ਅੰਦਰ ਖਾਣ ਨੂੰ ਕੁਝ ਨਹੀਂ ਹੈ। ਤੇ ਮੈਂ ਚਾਹਾਂਗਾ ਪੱਖੋਗੇ ਸਾਹਿਬ, ਕੁਝ ਦਿਨਾਂ ਦਾ ਰਾਸ਼ਨ ਜਿਹੜਾ ਨਾ, ਉਹ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਪਹੁੰਚਾਓ। ਪਹੁੰਚ ਗਿਆ ਜੀ, ਤੁਸੀਂ ਕਹਿ ਦਿੱਤਾ। ਤੇ ਠੀਕ ਹੈ। ਮੈਂ ਬੇਨਤੀ ਕਰਾਂਗਾ ਵੀ ਭੈਣ ਜੀ ਰਾਜਵਿੰਦਰ ਦੀ ਡਿਊਟੀ ਲਾਉਣ ਲੱਗਾ ਮੈਂ, ਕਿ ਬੀਬੀ ਸਵੇਰੇ ਹੀ ਬਟਾਲੇ ਆ ਜੇ। ਇੱਕ ਤੇ ਇਹਨਾਂ ਨੂੰ ਗਰਮੀਆਂ ਵਾਲੇ ਕੱਪੜੇ, ਬੱਚਿਆਂ ਦੇ ਕੱਪੜੇ, ਉਹਨਾਂ ਦੀਆਂ ਜੁੱਤੀਆਂ, ਇਹ ਸਵੇਰੇ ਲੈ ਕੇ ਦੇ ਦਿੰਦੇ ਆ, ਬਹੁਤ ਜ਼ਰੂਰੀ ਆ। ਔਰ ਮੈਂ ਵੇਖ ਰਿਹਾ ਗਰਮੀਆਂ ਵਾਲੇ ਕੱਪੜੇ, ਬੱਚੇ ਨੰਗੇ ਪੈਰੀ, ਚੱਪਲ ਹੈ, ਇਹ ਸਾਰਾ ਕੁਝ। ਲਓ ਜੀ, ਕੌਣ ਕਹਿੰਦਾ ਪਰਮਾਤਮਾ ਨਹੀਂ ਹੈ, ਤੇ ਜਿਹੜੇ ਕਹਿੰਦੇ ਨੇ ਮੇਰੇ ਖਿਆਲ ਉਹ ਮਹਾ ਮੂਰਖ ਨੇ। ਪਰਮਾਤਮਾ ਸੁਣਦਾ ਜ਼ਰੂਰ ਜੇ, ਸਿਰਫ ਤੁਹਾਡੀ ਮੰਗਣ ਦੀ ਨੀਅਤ ਕੀ ਹੈ, ਮੰਗਣ ਦਾ ਤਰੀਕਾ ਹੈ ਤੁਹਾਨੂੰ, ਇਹਦੇ ਤੇ ਡਿਪੈਂਡ ਕਰਦਾ ਜੇ। ਪਰਮਾਤਮਾ ਸੁਣਦਾ ਜੇ। ਇਸ ਨਗਰ ਦੇ ਵਿੱਚ ਗੁਰਸੇਵਕ ਨਾਂ ਦਾ ਵਿਅਕਤੀ ਕਈ ਚਿਰਾਂ ਤੋਂ ਪੀੜਤ ਹੈ, ਪੱਥਰੀਆਂ ਨੇ, ਆਪਰੇਸ਼ਨ ਕਰਾਉਂਦਾ ਹੈ, ਪੱਥਰੀਆਂ ਫਿਰ ਹੋ ਜਾਂਦੀਆਂ ਨੇ, ਪਰਿਵਾਰ ਪਰੇਸ਼ਾਨ ਹੈ। ਉਹਦੀ ਘਰ ਦੀ ਸੋਚਦੀ ਮੈਂ ਬੱਚੇ ਪਾਲਾਂ ਕਿ ਉਹਦਾ ਇਲਾਜ ਕਰਾਂ, ਔਰ ਉਹ ਵੀ ਸੋਚਦਾ ਹੋਣਾ ਕਿ ਮੈਂ ਜੀਵਾਂ ਕਿ ਮਰਾਂ, ਮੈਂ ਕੀ ਕਰਾਂ। ਸੋ ਨਾ ਤਾਂ ਉਹਦਾ ਇਲਾਜ ਹੋ ਪਾ ਰਿਹਾ ਸੀ, ਤੇ ਨਾ ਹੀ ਉਹ ਬੱਚੇ ਜਿਹੜੇ ਸੀ ਪੜ੍ਹ ਪਾ ਰਹੇ ਸੀ। ਪਨੀਰੀ ਲਾ ਕੇ ਬੱਚੇ ਬੜੇ ਖੁਸ਼ ਸੀ ਕਿ ਸਾਹਿਬ ਪਨੀਰੀ ਲਾ ਕੇ ਮੈਂ ਪਾਪੇ ਦਾ ਇਲਾਜ ਕਰਾ ਦੇਣਾ, ਆਪਰੇਸ਼ਨ ਕਰਾ ਦੇਣਾ। ਮਾਸੂਮ ਛੋਟੇ ਛੋਟੇ ਬੱਚੇ, ਜ਼ਿਗਰਾ ਦੇਖੋ ਨਾ ਬੱਚਿਆਂ ਦਾ। ਸੋ ਉਹਨਾਂ ਦੀ ਉਸ ਮਾਸੂਮੀਅਤ ਨੂੰ ਪਰਮਾਤਮਾ ਨੇ ਦੇਖਿਆ, ਔਰ ਉਹਨਾਂ ਦੀ ਫਰਿਆਦ, ਜਿੱਦਾਂ ਉਹ ਗਏ
ਇੱਥੋਂ ਦੇ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਗ੍ਰੰਥੀ ਸਾਹਿਬ ਨੂੰ ਵੀ ਜਰਾ ਮਹਾਰਾਜ ਮਾੜਾ ਜਿਹਾ ਇੱਕ ਸਪੀਚ ਹੀ ਕਰ ਦਿਓ, ਐਲਾਨ ਕਰ ਦਿਓ ਮਾੜਾ ਜਿਹਾ ਕਿ ਬਿਮਾਰ ਨੇ ਪਿੰਡ ਦੇ ਨਗਰ ਦਾ ਕੀ ਪਤਾ ਕਿਹਦਾ ਮਨ ਪਸੀਜ ਜਾਵੇ ਤੇ ਕੋਈ ਮਦਦ ਕਰ ਦੇਵੇ। ਪਰ ਉਸ ਗ੍ਰੰਥੀ ਨੂੰ ਇਹ ਨਹੀਂ ਸੀ ਪਤਾ ਵੀ ਕਮਲਿਆ ਤੇਰੇ ਮਗਰ ਜਿੱਥੇ ਤੂੰ ਬੈਠਾ, ਜਿਹਦੇ ਨਾਂ ਤੋਂ ਤੂੰ ਰੋਟੀ ਖਾ ਰਿਹਾ, ਜਿਹਦੇ ਨਾਂ ਤੋਂ ਤੇਰਾ ਟੱਬਰ ਪਲ ਰਿਹਾ, ਉਹ ਪਰਮਾਤਮਾ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਜਿਹੜਾ ਉੱਥੇ ਮੰਗਣ ਆਇਆ ਹੈ। ਤੂੰ ਤੇ ਇੱਕ ਬਹਾਨਾ ਸੀ ਕਮਲਿਆ, ਮੰਗਣਾ ਤੇ ਉਹਨਾਂ ਨੇ ਉਹਦੇ ਤੋਂ ਸੀ। ਔਰ ਉਹਨਾਂ ਅਰਦਾਸ ਸੁਣੀ ਤੇ ਭੇਜ ਦਿੱਤਾ ਇਹਨਾਂ ਨੂੰ। ਸੋ ਇਹ ਸਾਰੇ ਆ ਚੁੱਕੇ ਨੇ। ਸੋ ਮਦਦ ਹਰ ਤਰ੍ਹਾਂ ਦੀ ਇਸ ਪਰਿਵਾਰ ਦੀ ਹੋ ਗਈ ਹੈ। ਛੱਤ ਵੀ ਮਿਲ ਰਹੀ ਹੈ, ਪਰਿਵਾਰ ਨੂੰ ਰਾਸ਼ਨ ਵੀ ਮਿਲ ਰਿਹਾ, ਲੀੜੇ ਕੱਪੜੇ ਔਰ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹ ਵੀ ਮਿਲ ਰਹੀ ਹੈ। ਔਰ ਸਾਡੇ NRI ਏਡ ਵੱਲੋਂ ਵੀ ਅਸੀਂ ਪੂਰਨ ਭਰੋਸਾ ਦਿਵਾਉਂਦੇ ਹਾਂ ਪੱਖੋਕੇ ਸਾਹਿਬ, ਹਰ ਤਰ੍ਹਾਂ ਦੀ ਮਦਦ ਤੁਹਾਡੇ ਨਾਲ ਮੋਢਾ ਲਗਾ ਕੇ ਇਸ ਪਰਿਵਾਰ ਲਈ ਅਸੀਂ ਕਰਾਂਗੇ। ਬਸ਼ਰਤੇ ਅਸੀਂ ਇਹ ਚੀਜ਼ ਜ਼ਰੂਰ ਕਵਾਂਗੇ, ਮਦਦ ਕਰਨ ਤੋਂ ਪਹਿਲਾਂ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਬਸ਼ਰਤੇ ਮਦਦ ਲੈਣ ਵਾਲੇ ਦੇ ਮਨ 'ਚ ਲਾਲਚ ਨਾ ਆ ਜਾਵੇ, ਤੇ ਜਿਸ ਦਿਨ ਮਾਤਾ ਲਾਲਚ ਆਇਆ ਦਿਸਿਆ ਉਸੇ ਦਿਨ ਮਦਦ ਦੇ ਹੱਥ ਰੁਕ ਜਾਣਗੇ, ਬ੍ਰੇਕਾਂ ਲੱਗ ਜਾਣਗੀਆਂ। ਇਹ ਮੈਂ ਬਿੱਟੂ ਜੀ ਮੈਂ ਕਈ ਵਾਰੀ ਇਹ ਗੱਲ ਕਹੀ ਆ ਕਿ ਸਤਿਗੁਰੂ ਜੀ ਨੇ ਸਾਡੀ ਸੰਸਥਾ ਨਹੀਂ, ਇਹ ਇੱਕ ਐਸਾ ਮੋਦੀਖਾਨਾ ਬਣਾਤਾ ਵੀ ਜਿੱਥੇ ਬਿਨਾਂ ਮੰਗਿਆਂ ਤੇ ਮਿਲਦੇ ਜੇ ਲੱਖਾਂ, ਤੇ ਮੰਗਿਆਂ ਕਈ ਵਾਰੀ ਰੁਪਈਆ ਨਹੀਂ ਮਿਲਦਾ। ਮੈਂ ਬੜੀ ਵਾਰੀ ਸੰਗਤਾਂ ਨੂੰ ਕਿਹਾ, ਔਰ ਇਹ ਵੀ ਸੱਚ ਆ ਭਈ ਲੋਕੀ ਹੁਣ ਕਹਿੰਦੇ ਹੀ ਨਹੀਂ ਮੁੜ ਕੇ ਵੀ ਬਸ ਕਰੋ, ਕਹਿੰਦਾ ਨਹੀਂ ਕੋਈ ਨਾ ਕੋਈ ਨਹੀਂ ਕਹਿੰਦਾ। ਜਿੱਥੇ ਲੱਖ ਦੀ ਲੋੜ ਹੈ ਉੱਥੇ 10 ਲੱਖ ਚਲਾ ਗਿਆ, 25 ਲੱਖ ਚਲ ਗਿਆ, 35 ਲੱਖ ਚਲਾ ਗਿਆ, ਪਰ ਕੋਈ ਨਹੀਂ ਕਹਿੰਦਾ ਬਸ ਕਰੋ। ਬਾਣੀ 'ਚ ਲਿਖਿਆ ਜੋ ਪਾਵਕ ਈਂਧਨ ਨਹੀਂ ਧਰਾਪੈ, ਵੀ ਜਿਵੇਂ ਅੱਗ ਜਿਹੜੀ ਆ ਬਾਲਣ ਤੋਂ ਰੱਜਦੀ ਨਹੀਂ, ਜਿੰਨਾ ਸੁੱਟੀ ਜਾਓ ਉਨੀ ਭੜਕਦੀ ਆ। ਇਹ ਸਾਡੇ ਲੀਡਰਾਂ ਦਾ ਕੁਝ ਦਾ ਮਾਇਆ ਵੀ ਤੇ ਅਗਨੀ ਹੈ। ਹਾਂ ਹੈ ਤੇ ਗੱਲ ਉਹੀ ਗੱਲ ਹੈ, ਬਿਲਕੁਲ ਠੀਕ। ਕਿ ਬਸ ਤਾਂ ਹੀ ਤੇ ਇਹ ਗੱਲ ਕਹੀ, ਇਹ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ ਜਿੰਨੀ ਸੱਚ ਨਾਮ ਚਿਤ ਲਾਇਆ। ਸ਼ੁਕਰਾਨਾ ਵਾਕਿਆ ਹੀ ਅਕਾਲ ਪੁਰਖ ਦਾ। ਸੋ ਉਹਨਾਂ ਨੇ ਜਦੋਂ ਭੇਜ ਦਿੱਤਾ ਪਰਮਾਤਮਾ ਨੇ, ਔਰ ਪਰਮਾਤਮਾ ਨੇ ਕਦੀ ਆਪਣਾ ਨਾਂ ਨਹੀਂ ਦੱਸਿਆ ਕਿ ਮੇਰਾ ਨਾਂ ਕੀ ਹੈ। ਸੋ ਲੋਕੀ ਇਹੀ ਕਹਿੰਦੇ ਨੇ ਕਿ ਉਹ ਪਰਮਾਤਮਾ ਮਦਦ ਕਰ ਗਿਆ, ਔਰ ਰੱਬ ਅਕਾਲ ਪੁਰਖ ਆਇਆ ਤੇ ਮਦਦ ਕਰ ਗਿਆ, ਕਿਸੇ ਨਾ ਕਿਸੇ ਰੂਪ 'ਚ ਆਇਆ। ਕਿੱਦਾਂ ਆਇਆ? ਔਰ ਆਣ ਕੇ ਇਸ ਪਰਿਵਾਰ ਦਾ ਦੁੱਖ ਦੂਰ ਕੀਤਾ, ਸੰਕਟ ਦੂਰ ਕੀਤੇ, ਔਰ ਇਸ ਪਰਿਵਾਰ ਨੂੰ ਉਹਨਾਂ ਬਖਸ਼ੀਆਂ ਨੇ ਖੁਸ਼ੀਆਂ, ਬਣ ਗਏ ਨੇ ਮਕਾਨ, ਬੱਚਿਆਂ ਦਾ ਭਵਿੱਖ ਹੋ ਗਿਆ ਹੈ ਸੁਨਹਿਰੀ। ਔਰ ਇਹ ਪਰਿਵਾਰ ਦੇ ਜਿੰਨੇ ਵੀ ਦੁੱਖ ਤਕਲੀਫਾਂ ਸੀ ਉਹ ਸਾਰੀਆਂ ਗਈਆਂ ਨੇ ਕੱਟੀਆਂ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਹੈ, ਬਸ ਗੱਲ ਉੱਥੇ ਕੁ ਜਿਹੀ ਹੈ ਕਿ ਇਹ ਜਦੋਂ ਮਨ ਦੇ ਵਿੱਚ ਕਿਤੇ ਲਾਲਚ ਨਾ ਆ ਜਾਵੇ, ਜੇ ਲਾਲਚ ਗਿਆ ਆ ਤੇ ਇਹ ਆਪਣੀ ਕਿਸਮਤ ਦੀ ਰੇਖ 'ਚ ਮੇਖ ਫਿਰ ਮਾਰ ਲੈਣਗੇ। ਜੇ ਕਿਤੇ ਇਹਨਾਂ ਦੇ ਮਨ 'ਚ ਲਾਲਚ ਨਾ ਆਇਆ ਤੇ ਇਹਨਾਂ ਦੇ ਬੱਚੇ ਵਿਦੇਸ਼ਾਂ ਤੱਕ ਵੀ ਪੜਨਗੇ। ਇਹ ਪਰਿਵਾਰ ਜਿਹੜਾ ਹੈ, ਔਰ ਅੱਜ ਜਿੱਦਾਂ ਕਹਿ ਰਹੇ ਨੇ ਕਿ ਕੱਖਾਂ ਦੀ ਕੁੱਲੀ 'ਚ ਹੈ, ਹੋ ਸਕਦਾ ਕਿ ਸੋਨੇ ਦੇ ਚਾਂਦੀ ਦੇ ਮਹਿਲਾਂ 'ਚ, ਸ਼ੀਸ਼ ਮਹਿਲਾਂ ਦੇ ਵਿੱਚ ਵੀ ਹੋਵੇ। NRI ਏਡ ਵੱਲੋਂ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਜਿੰਨੀ ਵੀ ਹੋ ਸਕੇ ਤੁਸੀਂ ਵੀ ਕਰੋ, ਔਰ ਇਹ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ। ਔਰ ਇਸੇ ਹੀ ਤਰ੍ਹਾਂ ਹੋਰ ਲੋੜਵੰਦ ਜ਼ਰੂਰਤਮੰਦ ਜਿੰਨੇ ਵੀ ਪਰਿਵਾਰ ਕੋਖ ਕਰਕੇ ਕਿ ਵਾਕਿਆ ਹੀ ਲੋੜਵੰਦ ਹੈ, ਇਹ ਪਹਿਲਾਂ ਅਸੀਂ ਕਹਿੰਦੇ ਕਿ ਕੋਖ ਕਰਕੇ ਜੇਕਰ ਉਹ ਲੋੜਵੰਦ ਹੈ ਤਾਂ ਉਹਦੀ ਮਦਦ ਕਰਨ ਲਈ ਹੱਥ ਪਿੱਛੇ ਨਾ ਖਿੱਚੋ, ਕਿਉਂਕਿ ਕਹਿੰਦੇ ਨੇ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ। ਉਹ ਦਰਗਾਹ ਦੇ ਵਿੱਚ ਉਸੇ ਨੂੰ ਜਗ੍ਹਾ ਮਿਲਦੀ ਹੈ ਜਿਹੜਾ ਮਾਨਵਤਾ ਦਾ, ਮਨੁੱਖਤਾ ਦੀ ਸੇਵਾ ਕਰਦਾ, ਉਹਦਾ ਭਲਾ ਕਰਦਾ। ਸੋ ਪ੍ਰਮਾਤਮਾ ਨੇ ਅਗਰ ਤੁਹਾਨੂੰ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਨਾਲ, ਧਨ ਦੌਲਤਾਂ ਦੇ ਨਾਲ ਲਬਰੇਜ਼ ਕੀਤਾ ਹੈ ਤੇ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢੋ। ਔਰ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਇਹ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੈ। ਸੋ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੀ ਨੇਕ ਕਮਾਈ ਦੇ ਨਾਲ ਕਿਸੇ ਦੀ ਜ਼ਿੰਦਗੀ ਸੌਰ ਜਾਏ ਤਾਂ ਮੌਕਾ ਜੇ ਵੱਧ ਤੋਂ ਵੱਧ ਤੁਸੀਂ ਦਾ TV NRI ਔਰ NRI ਏਡ ਦੇ ਜਰੀਏ ਪ੍ਰਦੀਪ ਸਿੰਘ ਬੈਂਸ ਦੇ ਨਾਲ ਗੱਲ ਕਰ ਸਕਦੇ ਹੋ, ਔਰ ਉਹਨਾਂ ਦੇ ਜਰੀਏ ਇਸ ਪਰਿਵਾਰ ਤੱਕ ਤੁਸੀਂ ਪਹੁੰਚਾ ਸਕਦੇ ਹੋ ਵੱਧ ਤੋਂ ਵੱਧ ਉਹ ਆਪਣੀ ਮਦਦ। ਹਾਂ, ਇਸ ਲਈ ਇਹਨਾਂ ਦਾ ਮੈਂ ਕਹਿ ਰਿਹਾ ਕਿਉਂਕਿ ਇਹਨਾਂ ਦੇ ਕੋਲ ਆਪਣਾ ਅਜੇ ਮੋਬਾਈਲ ਨੰਬਰ ਵੀ ਨਹੀਂ ਹੈ, ਇਹਨਾਂ ਦੇ ਕੋਲ ਆਪਣਾ ਕੋਈ ਮੋਬਾਈਲ ਨਹੀਂ ਹੈ, ਜਿਹਦੇ ਕਰਕੇ ਅਸੀਂ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਦੇ ਸਕਦੇ ਸੀ, ਇਹਨਾਂ ਦਾ ਅਕਾਊਂਟ ਨੰਬਰ ਦੇ ਸਕਦੇ ਸੀ। ਨਾ ਤਾਂ ਇਹਨਾਂ ਦੇ ਕੋਲ ਕੋਈ ਅਕਾਊਂਟ ਹੈ, ਨਾ ਹੀ ਮੋਬਾਈਲ ਨੰਬਰ ਹੈ, ਜਿਹਦੇ ਕਰਕੇ ਅਸੀਂ ਤੁਹਾਨੂੰ ਇਹਦਾ ਮੋਬਾਈਲ ਨੰਬਰ ਔਰ ਅਕਾਊਂਟ ਨੰਬਰ ਨਹੀਂ ਦੇ ਸਕੇ। ਜਰੀਆ NRI ਏਡ ਬਣ ਰਿਹਾ। ਅਸੀਂ ਤੁਹਾਡੀ ਸੇਵਾ ਇਸ ਪਰਿਵਾਰ ਕੋਲ ਲੈ ਕੇ ਵੀ ਆਵਾਂਗੇ, ਔਰ ਇਸ ਪਰਿਵਾਰ ਦੀ ਸੇਵਾ ਦਿੰਦੇ ਹੋਏ ਜੋ ਵੀਡੀਓ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਇੱਕ ਐਵੀਡੈਂਸ ਦੇ ਤੌਰ ਤੇ। ਇਹਨਾਂ ਦਾ ਸ਼ੁਕਰਾਨਾ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਏਗਾ। ਵੇਖਦੇ ਰਹੋ ਹਕਸਸ ਦੀ ਆਵਾਜ਼ ਦਾ TV NRI।